ਅੱਜ ਦੇ ਟਾਈਮ 'ਚ ਟਰੈਵਲ ਕਰਨਾ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਵਿਦ ਵਨ ਕਲਿੱਕ ਆਫ ਫੋਨ ਯੂ ਕੈਨ ਟਰੈਵਲ ਹਾਊਐਵਰ ਮੈਨੀ ਕੰਟਰੀਜ਼ ਯੂ ਵਾਂਟ। ਬਟ ਜਦੋਂ ਆਪਾਂ ਉਹ ਬਟਨ ਕਲਿੱਕ ਕਰਨਾ ਹੈ, ਜਦੋਂ ਆਪਾਂ ਟਰੈਵਲ ਕਰਨਾ ਹੈ ਜਾਂ ਆਪਾਂ ਕੋਈ ਫਲਾਈਟ ਬੁੱਕ ਕਰਨੀ ਹੈ, ਸਾਡੇ ਕੋਲ ਕਿੰਨੇ ਸਵਾਲ ਹੁੰਦੇ ਹੈ। ਇਜ਼ ਦਿਸ ਸਾਈਟ ਈਵਨ ਲਿਜਿਟ? ਆਪਾਂ ਟਿਕਟਸ ਬੁੱਕ ਕਰ ਰਹੇ ਹਾਂ, ਸਾਨੂੰ ਅੱਛਾ ਪ੍ਰਾਈਸ ਮਿਲ ਵੀ ਰਿਹਾ ਹੈ ਕਿ ਨਹੀਂ? ਵਟ ਇਫ ਦਿਸ ਇਜ਼ ਨਾਟ ਦ ਰਾਈਟ ਟਾਈਮ ਟੂ ਟਰੈਵਲ? ਲਗੇਜਸ ਦਾ ਵੇਟ ਕਿੰਨਾ ਹੋਏਗਾ? ਹੋਰ ਵੀ ਕਿੰਨੇ ਸਾਰੇ ਸਾਡੇ ਕੋਲ ਸਵਾਲ ਹੁੰਦੇ ਆ। ਸੋ ਟੂ ਆਨਸਰ ਦੋਸ ਕੁਐਸਚਨਸ ਵੀ ਹੈਵ ਜਸਵੀਤ ਸਰ ਫਰੋਮ ਟੋਰੇਟੋ ਟਰੈਵਲਸ, ਐਂਡ ਇਹ ਸਾਡੇ ਬਹੁਤ ਸਾਰੇ ਡਾਊਟਸ ਟਰੈਵਲ ਤੋਂ ਰਿਲੇਟਡ, ਬੁਕਿੰਗਸ ਤੋਂ ਰਿਲੇਟਡ ਕਲੀਅਰ ਕਰਨਗੇ ਅੱਜ। ਵੈਲਕਮ ਸਰ ਟੂ ਦ ਪੋਡਕਾਸਟ। Thank, ਹਾਊ ਆਰ ਵੀ ਫੀਲਿੰਗ ਟੁਡੇ? thank you. Feeling good. Excited to answer all your questions. ਰਾਈਟ, ਸੋ ਲੈਟਸ ਸਟਾਰਟ ਵਿਦ ਬੇਸਿਕ ਜਿਹੇ ਕੁਐਸਚਨ ਨਾਲ ਆਪਾਂ ਸਟਾਰਟ ਕਰਦੇ ਹਾਂ। ਵੀ ਤੁਹਾਡੀ ਕੰਪਨੀ ਨੂੰ ਕਿੰਨਾ ਟਾਈਮ ਹੋ ਚੁੱਕਿਆ ਮਾਰਕੀਟ ਦੇ ਵਿੱਚ ਅੱਜ? Pranika, ਸਾਡੀ ਕੰਪਨੀ 2016 ਚ ਫਾਰਮ ਹੋਈ ਸੀ। ਵੀ ਸਟਾਰਟਡ ਇਨ 2016। ਉਸ ਟਾਈਮ ਤੋਂ ਹੁਣ ਤੱਕ 7 ਸਾਲ ਹੋ ਗਏ ਆਪਰੇਸ਼ਨਲੀ ਸਕਸੈਸਫੁਲੀ ਆਪਰੇਟ ਕਰਦੇ ਇਨ ਕੈਨੇਡਾ। ਵਾਓ, ਦੈਟਸ ਗੁੱਡ ਅਮਾਊਂਟ ਆਫ ਟਾਈਮ। ਯੈਸ। ਅਤੇ ਜੇ ਆਪਾਂ ਤੁਹਾਨੂੰ ਰੀਚ ਆਊਟ ਕਰਨਾ, ਤੁਹਾਡਾ ਕੋਈ ਮੇਨ ਹੈਡ ਆਫਿਸ ਵੀ ਹੈਗਾ ਕਿ ਤੁਸੀਂ ਆਨਲਾਈਨ ਆਪਰੇਟ ਕਰਦੇ ਹੋ? ਨਹੀਂ, ਸਾਡੀ ਹੈਡ ਆਫਿਸ ਹੈ। ਸਾਡਾ ਆਫਿਸ ਹੈਗਾ ਮਿਸਿਸਾਗਾ ਨੀਅਰ ਸਕੁਆਇਰ 1 ਮਾਲ। ਔਰ ਉੱਥੇ ਜਿੰਨੇ ਵੀ ਆਉਣਾ ਕਲਾਇੰਟ ਆਉਂਦੇ ਆਫਿਸ, ਬਟ ਮੈਜੋਰਿਟੀ ਕਲਾਇੰਟਸ ਜਾਂ ਤਾਂ ਆਨਲਾਈਨ ਸਾਡੀ ਵੈਬਸਾਈਟ 'ਤੇ ਬੁੱਕ ਕਰਦੇ ਜਾਂ ਸਾਨੂੰ ਫੋਨ ਕਰਕੇ ਆਪਣੀ ਟਿਕਟਾਂ ਬੁੱਕ ਕਰਾਉਂਦੇ ਆ। ਸਾਡਾ ਫੋਨ ਨੰਬਰ ਹੈ 9052760606। ਉੱਥੇ ਲੋਕ ਕਾਲ ਕਰਦੇ ਆ, ਆਪਣੀ ਕੁਆਰੀਜ਼, ਆਪਣੀ ਟਿਕਟਾਂ ਦੇ ਪ੍ਰਾਈਸਿਸ ਪੁੱਛਦੇ ਆ, ਉੱਥੇ ਹੀ ਬੁੱਕ ਕਰਦੇ ਆ ਐਂਡ ਵੀ ਈਮੇਲ ਦੈਮ ਦੇਅਰ ਟਿਕਟਸ। ਰਾਈਟ, ਸੋ ਜਸਟ ਆਊਟ ਆਫ ਕਿਊਰੀਓਸਿਟੀ, ਹੁਣ ਆਪਾਂ ਬਹੁਤ ਸਾਰੇ ਚੀਜ਼ਾਂ ਜਿਹੜੀਆਂ ਉਹ ਬਹੁਤ ਲੋਕ ਖੋਲ੍ਹ ਕੇ ਬੈਠੇ ਹੋਏ, ਜਿਵੇਂ ਡੀਲਰਸ਼ਿਪ ਕਿੰਨੇ ਬੰਦੇ ਖੋਲ੍ਹ ਕੇ ਬੈਠੇ ਹੋਏ ਆ, ਏਜੰਸੀਆਂ ਵੀ ਸਾਡੇ ਕੋਲ ਕਿੰਨੀਆਂ ਹੈ। ਸੋ ਜਿਹੜੀ ਸਾਡੀ ਟਰੈਵਲ ਏਜੰਸੀ ਹੈਗੀ, ਇਹਦੇ ਲਈ ਸਾਨੂੰ ਕੋਈ ਲਾਇਸੈਂਸ ਦੀ ਲੋੜ ਪੈਂਦੀ ਹੈ? ਯੈਸ, ਦੈਟਸ ਵੈਰੀ ਇੰਪੋਰਟੈਂਟ ਕੁਐਸਚਨ। ਓਨਟਾਰੀਓ ਦੇ ਅੰਦਰ ਤੁਸੀਂ ਵਿਦਆਊਟ ਲਾਇਸੈਂਸ ਆਪਰੇਟ ਹੀ ਨਹੀਂ ਕਰ ਸਕਦੇ। ਓਨਟਾਰੀਓ ਦੇ ਅੰਦਰ ਅਗਰ ਤੁਸੀਂ ਟਰੈਵਲ ਏਜੰਸੀ ਓਪਨ ਕਰਨੀ ਹੈ, ਤੁਹਾਨੂੰ ਲਾਇਸੈਂਸ ਚਾਹੀਦਾ। ਅਗਰ ਤੁਸੀਂ ਟਰੈਵਲ ਦੀ ਸਿਰਫ ਸੇਲ ਕਰਨੀ ਹੈ ਐਜ਼ ਅ ਸੇਲਸਮੈਨ, ਐਜ਼ ਅ ਟਰੈਵਲ ਕੰਸਲਟੈਂਟ, ਤਾਂ ਤੁਹਾਨੂੰ ਲਾਇਸੈਂਸ ਚਾਹੀਦਾ। ਪੜ੍ਹਾਈ ਕਰਕੇ ਪੇਪਰ ਦੇ ਕੇ ਲਾਇਸੈਂਸ ਲੈਣਾ ਪੈਂਦਾ। ਅਗਰ ਐਜ਼ ਮੈਨੇਜਰ ਕੰਮ ਕਰਨਾ ਹੈ ਤਾਂ ਵੀ ਤੁਹਾਨੂੰ ਲਾਇਸੈਂਸ ਚਾਹੀਦਾ। ਔਰ ਅਗਰ ਕੰਪਨੀ ਓਪਨ ਕਰਨੀ ਹੈ ਤਾਂ ਐਜ਼ ਮੈਨੇਜਰ ਐਕਸਪੀਰੀਅੰਸ ਚਾਹੀਦਾ ਇਨ ਟਰੈਵਲ, ਕਿ ਤੁਹਾਡੇ ਕੋਲ ਐਕਸਪੀਰੀਅੰਸ ਹੈ ਟੂ ਆਪਰੇਟ ਅ ਕੰਪਨੀ, ਪਲੱਸ ਸਿਕਿਉਰਿਟੀ ਡਿਪੋਜ਼ਿਟ, ਪਲੱਸ ਆਪਣੀ ਸਾਰੀ ਐਪਲੀਕੇਸ਼ਨ ਬਣਾ ਕੇ ਸਾਡੀ ਜਿਹੜੀ ਲਾਇਸੈਂਸ ਬੋਡੀ ਹੈ ਟੀਕੋ, ਉਹਨਾਂ ਨੂੰ ਸਬਮਿਟ ਕਰੋ। ਦੈਨ ਦੀ ਅਪਰੂਵ, ਉਹ ਬੈਕਗਰਾਊਂਡ ਚੈੱਕ ਕਰਕੇ। ਅਗਰ ਉਹ ਅਪਰੂਵ ਕਰਦੇ ਤਾਂ ਤੁਸੀਂ ਓਨਟਾਰੀਓ ਦੇ ਅੰਦਰ ਟਰੈਵਲ ਏਜੰਸੀ ਓਪਨ ਕਰ ਸਕਦੇ ਹੋ, ਨਹੀਂ ਤਾਂ ਆਪਰੇਟ ਹੀ ਨਹੀਂ ਕਰ ਸਕਦੇ। ਸੋ ਜਦੋਂ ਵੀ ਤੁਸੀਂ ਟਿਕਟ ਬਾਏ ਕਰਦੇ ਹੋ, ਮੇਕ ਸ਼ੋਰ ਤੁਸੀਂ ਟਰੈਵਲ ਟੀਕੋ ਰਜਿਸਟਰਡ ਟਰੈਵਲ ਏਜੰਟ ਜਾਂ ਕੰਪਨੀ ਤੋਂ ਟਿਕਟ ਬਾਏ ਕਰੋ। ਕੈਨੇਡਾ ਦੇ ਅੰਦਰ ਲਾਇਸੈਂਸਡ ਸਿਰਫ 3 ਪ੍ਰੋਵਿੰਸਿਸ ਦੇ ਅੰਦਰ ਚਾਹੀਦਾ ਫॉर ਟਰੈਵਲ ਟੂ ਆਪਰੇਟ ਅ ਟਰੈਵਲ ਕੰਪਨੀ। ਇੱਕ ਬ੍ਰਿਟਿਸ਼ ਕੋਲੰਬੀਆ, ਇੱਕ ਕਿਊਬਿਕ, ਇੱਕ ਓਨਟਾਰੀਓ। ਸਭ ਤੋਂ ਮੁਸ਼ਕਿਲ ਹੈਗਾ ਓਨਟਾਰੀਓ, ਬਿਕੋਜ਼ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਇੱਥੇ ਹੈ। ਸਭ ਤੋਂ ਪੈਸਾ ਇਨਵੋਲਵਡ ਜਿਹੜਾ ਟਰੈਵਲ ਦਾ, ਉਹ ਓਨਟਾਰੀਓ ਆ। ਸਭ ਤੋਂ ਆਈ ਵੁੱਡ ਸੇ ਦਿਸ ਇਜ਼ ਗੁੱਡ। ਜਿੰਨੇ ਵੀ ਲਾਇਸੈਂਸਿੰਗ ਓਨਟਾਰੀਓ ਐਜ਼ ਪ੍ਰੋਵਿੰਸ ਜਿੰਨੇ ਵੀ ਕ੍ਰੀਏਟ ਕਰਦੇ, ਇਟਸ ਗੁੱਡ। ਦਿਸ ਇਜ਼ ਫॉर ਕੰਜ਼ਿਊਮਰ ਪ੍ਰੋਟੈਕਸ਼ਨ। ਅਗਰ ਕੋਈ ਵੀ ਏਜੰਸੀ ਕੋਈ ਤੁਹਾਨੂੰ ਸਰਵਿਸ ਨਹੀਂ ਦਿੰਦਾ, ਉਹਦੇ ਅਗੇਂਸਟ ਕੋਈ ਕੰਪਲੇਂਟ ਹੈ, ਤੁਸੀਂ ਟੀਕੋ ਜਾ ਕੇ ਕੰਪਲੇਂਟ ਵੀ ਕਰ ਸਕਦੇ ਹੋ। ਲੇਕਿਨ ਅਗਰ ਤੁਸੀਂ ਕੋਈ ਟਰੈਵਲ ਕੰਪਨੀ ਤੋਂ ਟਿਕਟ ਬਾਏ ਕੀਤੀ ਹੈ ਹੂ ਇਜ਼ ਨਾਟ ਲਾਇਸੈਂਸ, ਹੂ ਇਜ਼ ਇਨ ਅਲਬਰਟਾ ਔਰ ਹੂ ਇਜ਼ ਇਨ US ਔਰ ਹੂ ਇਜ਼ ਇਨ ਇੰਡੀਆ, ਉਹਨੂੰ ਕਿਹਨੂੰ ਤੁਸੀਂ ਕੰਪਲੇਂਟ ਕਰੋਗੇ ਤਾਂ ਕਿੱਥੇ ਤੁਹਾਡੇ ਪੈਸੇ ਮਿਲਣੇ ਆ, ਰਾਈਟ? ਇੱਕ ਟਿਕਟ $2,000 $3,000 $3,000 ਦੀ ਹੈ। ਸੋਨੇ ਤੋਂ ਮਹਿੰਗੀ ਟਿਕਟਾਂ ਟਿਕਟਾਂ ਦੇ ਪ੍ਰਾਈਸਿਸ। ਐਂਡ ਜਦੋਂ ਤੁਸੀਂ ਐਜ਼ 4 ਫੈਮਿਲੀ ਮੈਂਬਰ ਨੇ, 3 ਟਰੈਵਲ ਕਰਨਾ, $10,000 ਦੀ ਟਰੈਵਲ ਸਿਰਫ ਟਿਕਟਾਂ ਦੇ ਤੁਸੀਂ ਪੈਸੇ ਲਾਣੇ ਆ। ਸੋ ਯੂ ਹੈਵ ਟੂ ਮੇਕ ਸ਼ੋਰ ਕਿ ਤੁਸੀਂ ਜਿੱਥੋਂ ਟਿਕਟ ਬਾਏ ਕਰ ਰਹੇ ਹੋ ਉਹ ਕੰਪਨੀ ਰਿਲਾਇਬਲ ਹੋਏ, ਲਾਇਸੈਂਸਡ ਹੋਏ। ਐਂਡ ਆਫ ਦ ਡੇ ਕੋਈ ਪ੍ਰੋਬਲਮ ਆ ਜਾਏ ਦੈਨ ਦੇਅਰ ਇਜ਼ ਸਮਬਡੀ ਹੂ ਇਜ਼ ਆਨਸਰੇਬਲ। ਦੇਅਰ ਇਜ਼ ਪਲੈਟਫਾਰਮ ਜਿੱਥੇ ਤੁਸੀਂ ਜਾ ਕੇ ਕੰਪਲੇਂਟ ਕਰ ਸਕਦੇ ਹੋ, ਰਾਈਟ? ਉਹ ਹੈਗਾ ਟੀਕੋ। ਸੋ ਜਦੋਂ ਵੀ ਤੁਸੀਂ ਟਿਕਟ ਬਾਏ ਕਰਨੀ, ਅਗੈਨ ਟੀਕੋ ਰਜਿਸਟਰਡ ਟਰੈਵਲ ਕੰਪਨੀ ਜਾਂ ਟਰੈਵਲ ਕਾਉਂਸਲਰ, ਟਰੈਵਲ ਏਜੰਟ ਤੋਂ ਹੀ ਬਾਏ ਕਰਨੀ ਹੈ। ਕਈ ਵਾਰੀ ਫਰੋਡ ਵੀ ਹੁੰਦਾ। ਇੰਡੀਆ ਜਦੋਂ ਤੁਸੀਂ ਇੱਥੇ ਕਾਲ ਕਰਕੇ ਟਰੈਵਲ ਦੇ ਪ੍ਰਾਈਸਿਸ ਚੈੱਕ ਕਰਦੇ ਹੋ, ਟਰੈਵਲ ਦਾ ਪ੍ਰਾਈਸ ਆ ਰਿਹਾ $2,000, ਔਰ ਇੰਡੀਆ ਕੋਈ ਟਰੈਵਲ ਏਜੰਟ ਹੈਗਾ ਜਾਂ ਆਨਲਾਈਨ ਤੁਹਾਨੂੰ ਕੋਈ ਫੇਸਬੁੱਕ 'ਤੇ ਐਡ ਦੇਖ ਲਈ ਤੁਸੀਂ, ਔਰ ਤੁਸੀਂ ਫੋਨ ਕਰਤਾ, ਉਹਨੇ ਕਹਿਤਾ ਜੀ ਅਸੀਂ ਇੰਡੀਆ ਬੈਠੇ ਹਾਂ, ਜਾਂ ਕਹਿਤਾ ਜੀ ਆਨਲਾਈਨ ਕੰਪਨੀ ਸਾਡੀ, ਔਰ ਅਮਰੀਕਾ ਦਾ ਐਡਰੈਸ ਦੇਤਾ ਤੁਹਾਨੂੰ, ਠੀਕ ਹੈ? ਉਸ ਟਰੈਵਲ ਕੰਪਨੀ 'ਚ ਫੋਨ ਕਰਕੇ ਟਿਕਟਾਂ ਕਰਾ ਲਈ, ਅਗਲੇ ਨੇ 2,000 ਦੀ ਟਿਕਟ ਤੁਹਾਨੂੰ 1,500 'ਚ ਦੇਤੀ। ਤੁਸੀਂ ਖੁਸ਼ ਹੋ ਗਏ, ਮੈਨੂੰ ਤਾਂ 1,500 ਦੀ ਮਿਲ ਗਈ ਸੀ ਟਿਕਟ। ਅਗਲੇ ਨੇ ਸਿਰਫ ਤੁਹਾਨੂੰ ਟਿਕਟ ਭੇਜ ਕੇ ਬਾਅਦ 'ਚ ਕੈਂਸਲ ਕਰਤੀ, ਤੁਹਾਡੇ ਪੈਸੇ ਲੈ ਕੇ। ਕੀ ਕਰ ਲਓਗੇ? ਦਿਸ ਇਜ਼ ਵੈਰੀ ਕਾਮਨ ਫਰੋਡ ਇਨ ਟਰੈਵਲ ਇੰਡਸਟਰੀ, ਵੈਰੀ ਕਾਮਨ। ਬਹੁਤ ਲੋਕਾਂ ਨਾਲ ਹੋਇਆ, ਤਾਂ ਹੀ ਲੋਕ ਡਰ ਕੇ ਹੁਣ ਸਿਰਫ ਟਰੈਵਲ ਟੀਕੋ ਲਾਇਸੈਂਸ ਏਜੰਟਸ ਕੋਲ ਜਾਂਦੇ ਆ। ਔਰ ਮਤਲਬ ਹਰ ਇੱਕ ਦੇ ਫਰੈਂਡ ਸਰਕਲ 'ਚ ਜਾਂ ਰਿਸ਼ਤੇਦਾਰੀ 'ਚ ਹੋਇਆ ਹੀ ਹੋਇਆ। ਇੰਨਾ ਕਾਮਨ ਹੈ ਕਿ ਯਾਰ ਮੈਨੂੰ ਕੋਈ ਮਿਲ ਗਿਆ ਸੀ, ਕੋਈ ਅੱਗੇ ਗਾਂ ਫਰੈਂਡ ਦਾ ਫਰੈਂਡ, ਜਾਂ ਮੈਨੂੰ ਆਨਲਾਈਨ ਕੋਈ ਡੀਲ ਮਿਲ ਗਈ, ਮੈਂ ਫ਼ੋਨ ਕਰਕੇ ਟਿਕਟਾਂ ਲੈ ਲਈ, ਅਗਲੇ ਨੇ ਮੈਨੂੰ ਵੈਸਟਰਨ ਯੂਨੀਅਨ ਤੋਂ ਪੈਸੇ ਮੰਗਾ ਲਏ, ਜਾਂ ਰੈਮਿਟਲੀ ਤੋਂ ਕਹਿ ਤਾ ਪੈਸੇ ਭੇਜ ਦਿਓ, ਜਾਂ ਇੰਡੀਆ ਉਹਨੇ ਕਹਿ ਤਾ ਵੀ ਕਿ ਇੰਡੀਆ ਇਸ ਅਕਾਊਂਟ 'ਚ ਭੇਜ ਦਿਓ, ਮੈਂ ਭੇਜਤੇ ਪੈਸੇ। ਟਿਕਟ ਸੀਗੀ ਏਅਰਲਾਈਨ ਦੀ ਵੈਬਸਾਈਟ 'ਤੇ ਵੀ ਜਾ ਕੇ ਦੇਖੀਏ ਟਿਕਟ ਹੈਗੀ ਹੈ, ਉਹਨੇ ਬਾਅਦ 'ਚ ਕੈਂਸਲ ਕਰਤੀ। ਇਸ਼ੂ ਕਰਨ ਤੋਂ ਬਾਅਦ ਕੈਂਸਲ ਕਰਤੀ। ਰਿਫੰਡੇਬਲ ਟਿਕਟ ਬੁੱਕ ਕਰਤੀ, ਬਾਅਦ 'ਚ ਜਦੋਂ ਤੁਸੀਂ ਸਾਰਾ ਵੈਰੀਫਾਈ ਹੋ ਗਿਆ, 2 ਦਿਨ ਬਾਅਦ 3 ਦਿਨ ਬਾਅਦ ਟਿਕਟ ਹੈ ਹੀ ਨਹੀਂ। ਫਿਰ ਤੁਸੀਂ ਉਹ ਬੰਦਾ ਨਹੀਂ ਲੱਭ ਸਕਦੇ। ਫਿਰ ਕੀ ਕਰ ਲੋਗੇ? ਤੁਹਾਡਾ ਫਰੋਡ ਹੋ ਗਿਆ।
ਜਸਟ ਟੂ ਸੇਵ, ਜਿੰਨੇ ਤੁਹਾਨੂੰ ਸਕੈਮ ਕਰਨਾ ਸੀ, ਜਸਟ ਟੂ ਸੇਵ $200-300-400 ਤੁਸੀਂ ਆਪਣੇ ਨਾਲ ਸਕੈਮ ਕਰਾ ਲਿਆ, ਠੀਕ ਹੈ। ਸੋ ਟਿਕਟਾਂ ਕਦੇ ਵੀ ਇੱਦਾਂ ਨਹੀਂ ਹੁੰਦਾ $500 ਸਸਤੀ ਮਿਲਦੀਆਂ। ਟਿਕਟਾਂ ਹੋ ਸਕਦਾ ਕੋਈ ਟਰੈਵਲ ਏਜੰਟ ਤੁਹਾਨੂੰ $50 ਸਸਤੀ ਦੇ ਦੇ ਐਜ਼ ਕੰਪੇਅਰ ਟੂ ਔਨਲਾਈਨ। ਲਾਈਵ ਇਨਵੈਂਟਰੀ ਹੁੰਦੀ ਹੈ, ਪ੍ਰਾਈਸ ਸੇਮ ਹੀ ਹੁੰਦਾ ਆਲ ਓਵਰ ਵਰਲਡ। ਹੋ ਸਕਦਾ $50 ਕਿਸੇ ਨੇ ਸਸਤੀ ਦੇਤੀ, $100 ਸਸਤੀ ਦੇਤੀ, ਮੇਬੀ $20 ਸਸਤੀ ਦੇਤੀ, ਕੋਈ ਯੂਜ ਡਿਫਰੈਂਸ ਨਹੀਂ ਹੋ ਸਕਦਾ $500 ਦਾ, ਰਾਈਟ। ਉਹ ਬਸ ਜਿੰਨੇ ਤੁਹਾਨੂੰ ਜ਼ਿਆਦਾ ਅਮਾਊਂਟ ਦਾ ਡਿਫਰੈਂਸ ਦੇਤਾ, ਤੁਹਾਡੇ ਕੰਨ ਉੱਥੇ ਖੜੇ ਹੋ ਜਾਣੇ ਚਾਹੀਦੇ ਕਿ ਇੱਥੇ ਕੋਈ ਫਰੋਡ ਆ ਜਾਂ ਸਕੈਮ ਹੈ। ਐਂਡ ਆਲਸੋ ਜਦੋਂ ਵੀ ਬਾਏ ਕਰਦੇ ਹੋ ਲਾਇਸੈਂਸ ਚੈੱਕ ਕਰੋ। ਕੋਈ ਡਾਊਟ ਹੈ ਆਫਿਸ ਚਲੇ ਜਾਓ। ਸਾਨੂੰ ਹੁਣ ਇੰਨੇ ਸਾਲ ਹੋ ਗਏ ਫਿਰ ਵੀ ਲੋਕ, ਮਤਲਬ ਸਾਡੇ ਇੰਨੇ ਅਮੇਜ਼ਿੰਗ ਰਿਵਿਊਜ਼ ਹੈ, ਇੰਨੀ ਗੁੱਡ ਸਰਵਿਸ ਹੈ, ਆਫਿਸ ਵੀ ਆ, ਲਾਇਸੈਂਸ ਵੀ ਹੈ, ਫਿਰ ਵੀ ਸਮਟਾਈਮਸ ਮੇ ਬੀ ਵਨਸ ਅ ਮੰਥ ਕੋਈ ਆ ਜਾਂਦਾ ਕਿ ਵੀ ਵਾਂਟ ਟੂ ਜਸਟ ਟੂ ਮੇਕ ਸ਼ੋਰ ਕਿ ਤੁਸੀਂ ਹੈਗੇ ਹੋ, ਰਾਈਟ। ਵੀ ਜਸਟ ਵਾਂਟਡ ਟੂ ਮੀਟ ਯੂ। ਪੇਮੈਂਟ ਤਾਂ ਕ੍ਰੈਡਿਟ ਕਾਰਡ ਤੋਂ ਹੀ ਨਹੀਂ ਹੈ, ਜਸਟ ਵਾਂਟ ਟੂ ਮੀਟ ਯੂ, ਜਸਟ ਟੂ ਮੇਕ ਸ਼ੋਰ ਕਿ ਕੋਈ ਸਕੈਮ ਨਹੀਂ ਹੈ, ਦੈਟਸ ਇਟ, ਰਾਈਟ। ਸੋ ਦੀਜ਼ ਆਰ ਸਮਾਰਟ ਕਲਾਇੰਟਸ, ਰਾਈਟ। ਇੱਦਾਂ ਨਹੀਂ ਵੀ ਤੁਸੀਂ ਕਿਸੇ ਨੇ ਤੁਹਾਨੂੰ ਨੰਬਰ ਦੇ ਦਿੱਤਾ, ਚੱਕ ਕੇ ਤੁਸੀਂ ਟਿਕਟਾਂ ਬੁੱਕ ਕਰਾ ਲਈ, ਇੰਨੇ ਪੈਸੇ ਭੇਜ ਦੇ। मेक श्योर यू बाय फ्रॉम अ लाइसेंस ट्रैवल कंपनी। बेसिकली क्रक्स है मैटर का Yes. कि हमको ਜਿਹੜਾ ਵੀ ਆਪਾਂ ਏਜੰਸੀ ਤੋਂ ਜਾਂ ਬੰਦੇ ਤੋਂ ਆਪਾਂ ਆਪਣੀ ਟਿਕਟਸ ਬੁੱਕ ਕਰਾਉਂਦੇ ਹਾਂ, Yes. ਉਹ ਰੈਗੂਲੇਟਡ ਹੋਣਾ Yes. ਚਾਹੀਦਾ ਹੈ ਤੇ ਵੀ ਨੀਡ ਟੂ ਬੀ ਸਮਾਰਟ ਅਬਾਊਟ ਇਟ। Yes. ਤੇ ਓਕੇ, ਨੈਕਸਟ ਕੁਐਸਚਨ। ਆਪਾਂ ਜਦੋਂ ਤੁਹਾਡੇ ਨਾਲ ਬੁਕਿੰਗ ਕਰਨੀ ਹੈ, ਲੈਟਸ ਸੇ ਕੋਈ ਵੀ ਬੰਦਾ ਹੈ XYZ, ਉਹਨੇ ਤੁਹਾਡੇ ਨਾਲ ਬੁਕਿੰਗ ਕਰਨੀ ਹੈ, ਉਹ ਸਿਰਫ ਇਨ ਪਰਸਨ ਹੀ ਆ ਕੇ ਕਰ ਸਕਦਾ ਹੈ ਕਿ ਤੁਸੀਂ ਫੋਨ 'ਤੇ ਵੀ ਬੁਕਿੰਗਸ ਲੈਂਦੇ ਹੋ? ਅਸੀਂ ਮੈਜੋਰਿਟੀ ਕਲਾਇੰਟਸ ਤੇ ਸਾਡੇ ਫੋਨ ਤੇ ਹੀ ਟਿਕਟਾਂ ਬੁੱਕ ਕਰਦੇ ਆ, ਫੋਨ ਕਰਦੇ ਆ, ਪ੍ਰਾਈਸਿਸ ਚੈੱਕ ਕਰਦੇ ਆ, ਔਰ ਜਦੋਂ ਵੀ ਵੈਨੇਵਰ ਦੇ ਫਾਈਨਲਾਈਜ਼ ਦੇ ਟਰੈਵਲ ਪਲਾਨ, ਫੋਨ ਤੇ ਟਿਕਟ ਬੁੱਕ ਕਰਕੇ ਅਸੀਂ ਉਹਨਾਂ ਨੂੰ ਟਿਕਟਾਂ ਈਮੇਲ ਔਰ ਇਨਵੋਇਸ ਵੀ ਈਮੇਲ ਕਰ ਦਿੰਦੇ ਆ। ਤੇ ਉਹਨਾਂ ਨੂੰ ਆਫਿਸ ਆਉਣ ਦੀ ਲੋੜ ਹੀ ਨਹੀਂ। ਫਿਰ ਵੀ ਕਿਸੇ ਨੇ ਆਉਣਾ ਤੇ ਸਾਡੇ ਆਫਿਸ ਆ ਜਾਓ, ਅਸੀਂ ਕਰ ਦਾਂਗੇ। ਬਟ ਮੈਜੋਰਿਟੀ ਸਾਡਾ ਸਿਸਟਮ ਇੱਦਾਂ ਬਣਾਇਆ ਹੋਇਆ ਕਿ ਮੈਜੋਰਿਟੀ ਐਵਰੀਥਿੰਗ ਇਜ਼ ਡਿਜੀਟਲ ਟੂ ਸੇਵ ਆਵਰ ਕਲਾਇੰਟਸ ਟਾਈਮ ਐਂਡ ਆਵਰ ਟਾਈਮ। ਐਵਰੀਥਿੰਗ ਇਜ਼ ਓਵਰ ਦ ਫੋਨ, right? It's easy for the client and for us. We are open 7 days. Sunday ਵੀ ਓਪਨ ਹੁੰਦੇ ਆ ਕਿਉਂਕਿ ਕਿਸੇ ਕਲਾਇੰਟ ਨੂੰ ਕੋਈ ਐਮਰਜੈਂਸੀ ਹੈ, ਜਾਣਾ ਹੈ, ਤਾਂ they have somebody to call. ਪਲੱਸ ਅਗਰ ਕੋਈ 에ਅਰਪੋਰਟ ਤੇ ਫਸ ਗਿਆ ਸੰਡੇ ਨੂੰ, ਰਾਈਟ, then if we are closed ਕਿੱਥੇ ਕਾਲ ਕਰੇਗਾ। ਬਟ ਸਾਡਾ ਆਫਿਸ ਓਪਨ ਹੁੰਦਾ 7 ਦਿਨ, 7 days from 9:30 AM till 8:30 PM we are open. Very considerate, I must say. Okay, coming to the next question. ਤੁਸੀਂ ਜਿਹੜੀ ਟਰੈਵਲ ਦੀਆਂ ਟਿਕਟਸ ਹੈ ਉਹ ਸਿਰਫ ਇੰਡੀਆ ਨੂੰ ਕਰਦੇ ਹੋ ਕਿ ਆਲ ਓਵਰ ਦ ਵਰਲਡ? ਅਸੀਂ ਆਲ ਓਵਰ ਵਰਲਡ ਕਰਦੇ ਹਾਂ। ਸਾਡੇ ਕੋਲ ਸਪੈਸ਼ਲ ਪ੍ਰਾਈਸਿਸ ਹੈ ਫਰੋਮ ਕੈਨੇਡਾ ਐਂਡ ਅਮਰੀਕਾ, ਆਲ ਓਵਰ ਦੀ ਵਰਲਡ। ਬਟ ਮੈਜੋਰਿਟੀ ਕਲਾਇੰਟ ਸਾਡੇ ਇੰਡੀਆ ਦੇ ਹੈ ਅਤੇ ਮੈਜੋਰਿਟੀ ਟਿਕਟਾਂ, ਮੈਜੋਰਿਟੀ ਸ਼ੇਅਰ ਆਫ ਬਿਜ਼ਨਸ ਇਜ਼ ਫਰੋਮ ਕੈਨੇਡਾ ਟੂ ਇੰਡੀਆ। ਤੁਸੀਂ ਕਲੇਮ ਕਰ ਸਕਦੇ ਹੋ ਕਿ ਜਿਹੜੀ ਤੁਹਾਡੀ ਟਿਕਟਸ ਹੈ ਜਾਂ ਜੇ ਤੁਹਾਡੇ ਕੋਲ ਕੋਈ ਕਸਟਮਰ ਆ ਰਿਹਾ ਉਹਨੂੰ ਜੋ ਤੁਸੀਂ ਟਿਕਟ ਸੈਲ ਕਰੋਗੇ ਵਿਲ ਬੀ ਚੀਪਰ ਦੈਨ ਐਨ ਆਨਲਾਈਨ ਪ੍ਰਾਈਸ? Yes, majority of the time prices are cheaper than online price. Sometimes ਹੁੰਦਾ ਵੀ once in blue moon ਕਿ airline ਦੀ website ਤੇ cheaper ਹੈ, but majority of the time we have cheaper prices then because we have special contracts with all the airlines and or some suppliers ਜਿੱਥੋਂ ਸਾਨੂੰ special access ਹੁੰਦਾ ਹੈ, special fares, and they are always better. But America or Canada the prices ho sakda hai, we have same what you will see online, but if you are traveling to India, Europe ya hor paase ja rahe ho, then we are cheaper. Sometimes Europe de sade kol $400 $500 ਵੀ ਸਸਤੇ ਪ੍ਰਾਈਸ ਹੁੰਦੇ ਆ sometimes। ਜਿੱਦਾਂ ਕਿਸੇ ਨੇ ਯੂਰਪ ਨੈਕਸਟ ਈਅਰ ਸਮਰ 'ਚ ਜਾਣਾ ਔਰ ਸਾਨੂੰ ਜਨਵਰੀ ਫਰਵਰੀ ਫੋਨ ਕਰਕੇ ਕੋਈ ਚੈੱਕ ਕਰਨਾ ਚਾਹੁੰਦਾ ਪ੍ਰਾਈਸਿਸ, sometimes we have amazing fares. So check ਕਰਕੇ ਕੰਪੇਅਰ ਕਰ ਲਓ prices and an amazing service, and if you satisfied then book with us with confidence. Okay, next question. So let's just say I'm a customer and I'm a consumer and I want to book tickets for myself ਤੇ ਮੈਂ travel agent ਲੱਭ ਰਹੀ ਹਾਂ। ਮੈਨੂੰ ਕੀ convincing point ਹੋਏਗਾ ਕਿ ਮੈਂ ਆ ਕੇ ਕਹਾਂ ਕਿ ਯਾਰ ਮੈਂ ਇਸੇ ਏਜੰਸੀ ਕੋਲ ਜਾ ਕੇ ਆਪਣੀ ਟਿਕਟਸ ਬੁੱਕ ਕਰਨੀ ਹੈ? ਸਭ ਤੋਂ ਪਹਿਲੇ ਦੇਖ, ਯੂ ਸ਼ੁਡ ਹੈਵ ਐਨ ਰੈਫਰੈਂਸ। ਲਾਈਕ ਫॉर ਐਗਜ਼ਾਮਪਲ ਤੁਹਾਡੇ ਕਿਸੇ ਫਰੈਂਡ ਨੇ ਸਰਵਿਸ ਲਈ ਹੋਈ ਹੈ, ਦਿਸ ਅ ਸਰਵਿਸ ਇੰਡਸਟਰੀ, ਰਾਈਟ, ਤੇ ਹੀ ਲਾਈਕ ਦਿਸ ਸਰਵਿਸ, ਹੀ ਔਰ ਸ਼ੀ, ਐਂਡ ਹੀ ਰਿਕਮੈਂਡਡ। ਦੈਟਸ ਈਜ਼ੀਐਸਟ ਵੇ ਕਿ ਵੀ ਕਿਸੇ ਨੇ ਰੈਫਰ ਕੀਤਾ ਹੋਇਆ। ਸਾਡੇ ਰਿਵਿਊਜ਼ ਚੈੱਕ ਕਰ ਸਕਦੇ ਹੋ, ਕਾਲ ਕਰਕੇ ਸਾਡੇ ਜਿਹੜੇ ਕੰਸਲਟੈਂਟਸ ਹੈ ਉਹਨਾਂ ਨਾਲ ਗੱਲ ਕਰਕੇ ਦੇਖ ਲਓ, ਰਾਈਟ। ਯੂ ਵਿਲ ਫੀਲ ਦ ਡਿਫਰੈਂਸ. I know many travel companies where you will call and people will pick the phone and then you know ਠਾਂ ਕਰਕੇ ਮਾਰਦੇ ਲੈਣੀਆਂ ਲੋ ਲੈਣੀ, right, you know, but here we make sure we speak to you nicely, we make sure ਕਿ ਆਪਾਂ ਹਰ ਇੱਕ ਮਿਸਡ ਕਾਲ ਨੂੰ ਕਾਲ ਬੈਕ ਕਰੀਏ, ਰਾਈਟ। ਕੁਆਲਿਟੀ ਮੇਨਟੇਨ ਕਰਦੇ ਹਾਂ, ਲੈਸ ਥੋੜ੍ਹਾ ਜਿਹਾ maybe, you know, as compared to other companies, if we prefer ਕਿ ਥੋੜਾ ਘੱਟ ਆ ਜੇ ਕੰਮ, no problem, but quality maintain ਹੋਣੀ ਚਾਹੀਦੀ ਹੈ because this is service. If you don't give service to your clients, nobody is giving you references, nobody coming back to you again. Yeah, I feel as if like the big part is ਕਿ customer service ਬਹੁਤ ਵੱਡਾ ਫੈਕਟਰ ਹੁੰਦਾ ਹੈ ਕੋਈ ਵੀ ਕਲਾਇੰਟ ਨੂੰ ਰਿਟੇਨ ਕਰਨ ਲਈ ਜਾਂ ਉਸ ਕਲਾਇੰਟ ਤੋਂ ਅੱਗੇ ਕਲਾਇੰਟਸ ਬਣਾਉਣ ਨੂੰ, ਰਾਈਟ। ਓਕੇ, ਜੇ ਆਪਾਂ ਟਿਕਟਸ ਬੁੱਕ ਕਰਦੇ ਹਾਂ ਲੈਟਸ ਸੇ ਫਰੋਮ
ਕੈਨੇਡਾ ਟੂ ਇੰਡੀਆ ਔਰ ਇੰਡੀਆ ਟੂ ਕੈਨੇਡਾ, ਜੇ ਆਪਾਂ ਉਹ ਵਾਇਆ US ਕਰੀਏ ਤੇ ਉਹ ਚੀਪਰ ਪੈਂਦੀ ਹੈ? ਵਾਇਆ US ਟਿਕਟਸ ਟੂ ਇੰਡੀਆ ਮੈਜੋਰਿਟੀ ਆਫ ਸਸਤੀ ਪੈਂਦੀ ਹੈ, ਬਟ ਮੈਜੋਰਿਟੀ ਮੀਨਸ ਟੂ ਸੇ ਕਿ ਤੁਹਾਨੂੰ $200-300 ਬਚ ਸਕਦੇ ਆ, ਬਟ ਯੂ ਨੀਡ US ਵੀਜ਼ਾ। ਸੋ ਇਫ ਯੂ ਆਰ ਟੇਕਿੰਗ ਫਲਾਈਟ ਵਾਇਆ US ਟ੍ਰਾਂਸਿਟ ਹੈਗਾ, ਤੁਹਾਨੂੰ ਵੀਜ਼ਾ ਚਾਹੀਦਾ। ਵਿਦਾਊਟ ਵੀਜ਼ਾ ਯੂ ਕੈਨੋਟ ਟਰੈਵਲ। ਔਰ ਮੇਕ ਸ਼ੋਰ ਅਗਰ ਔਨਲਾਈਨ ਵੀ ਬੁੱਕ ਕਰ ਰਹੇ ਹੋ, ਮੇਕ ਸ਼ੋਰ ਯੂ ਹੈਵ ਵੀਜ਼ਾ ਬਿਫੋਰ ਬੁਕਿੰਗ। ਕਈ ਵਾਰੀ ਇੱਦਾਂ ਹੁੰਦਾ ਲੋਕਾਂ ਨੇ ਟਿਕਟਾਂ ਔਨਲਾਈਨ ਬੁੱਕ ਕਰ ਲਈਆਂ ਜਾਂ ਉਹਨਾਂ ਨੂੰ ਪਤਾ ਹੀ ਨਹੀਂ, ਸਾਨੂੰ ਪੁੱਛਿਆ ਹੀ ਨਹੀਂ, ਵੀ ਸਿੱਧਾ ਹੀ ਮੇਰੀ ਇੰਡੀਆ ਦੀ ਟਿਕਟ ਕਰ ਦਿਓ। ਅਸੀਂ ਕਰਤੀ, ਵਾਇਆ US ਜਾ ਸਕਦੇ ਹੋ? ਹਾਂਜੀ ਜਾ ਸਕਦੇ ਹਾਂ। ਅਤੇ ਅਸੀਂ ਕਰਤੀ, ਬਾਅਦ 'ਚ ਏਅਰਪੋਰਟ 'ਤੇ ਜਾ ਕੇ ਪਤਾ ਲੱਗਿਆ ਵੀ ਵੀਜ਼ਾ ਚਾਹੀਦਾ, ਰਾਈਟ। ਸੋ ਦਿਸ ਇਜ਼ ਅਵੇਅਰਨੈਸ ਕਿ ਜਦੋਂ ਵੀ ਤੁਸੀਂ ਟਰੈਵਲ ਕਰਨਾ ਹੈ ਵਾਇਆ US, ਮੇਕ ਸ਼ੋਰ ਯੂ ਹੈਵ ਵੀਜ਼ਾ। ਉਹ ਅਲਾਓ ਨਹੀਂ ਕਰਦੇ ਟ੍ਰਾਂਸਿਟ ਵਿਦਾਊਟ ਵੀਜ਼ਾ, US ਵੀਜ਼ਾ। ਤੇ ਜੇ ਆਪਾਂ ਕਿਸੇ ਵੀ ਮਤਲਬ ਬੇਸਿਕਲੀ ਕੰਟਰੀ 'ਚ ਜਾਣਾ ਹੈ, ਸਾਨੂੰ ਜੇ ਆਪਾਂ ਵਾਇਆ US ਜਾ ਰਹੇ ਹਾਂ, ਸਾਨੂੰ ਉੱਥੇ ਦਾ ਵੀਜ਼ਾ ਲੋੜ ਹੈਗੀ ਹੈ, ਈਵਨ ਇਫ ਇਟਸ ਲਾਈਕ 1 hour or 2 hour of halt। ਠੀਕ ਹੈ, ਚਲੋ ਹੁਣ ਆਪਾਂ ਅੱਗੇ ਵੱਧਦੇ ਹਾਂ। ਸਾਡੇ ਫਾਇਦੇ ਬਾਰੇ ਤਾਂ ਦੇਖ ਲਿਆ ਆਪਾਂ, ਸਾਡੇ ਫਾਇਦੇ ਬਾਰੇ ਪੁੱਛ ਲਿਆ ਕਿ ਹਾਂ ਕਸਟਮਰ ਨੂੰ ਕਿਵੇਂ ਸਰਵਿਸ ਮਿਲੇਗੀ, ਤੁਸੀਂ ਪੇਮੈਂਟ ਕਿਵੇਂ ਲੈਂਦੇ ਹੋ? ਓਕੇ, ਬਿਫੋਰ ਕਮਿੰਗ ਟੂ ਦਿਸ ਕੁਐਸਚਨ, ਮੈਂ ਪੁਰਾਣੇ ਕੁਐਸਚਨ ਦੇ ਆਨਸਰ ਦੁਬਾਰਾ ਇੱਕ ਵਾਰ ਰਿਪੀਟ ਕਰਦਾ ਕਿ ਅਗਰ ਕੋਈ ਬੰਦਾ ਇੰਡੀਅਨ ਪਾਸਪੋਰਟ ਹੋਲਡਰ ਹੈ, ਉਹਨੂੰ US ਦਾ ਵੀਜ਼ਾ ਚਾਹੀਦਾ। ਜਿਹੜਾ ਕੈਨੇਡੀਅਨ ਪਾਸਪੋਰਟ ਹੋਲਡਰ ਹੈ, ਉਹਨੂੰ US ਦਾ ਵੀਜ਼ਾ ਨਹੀਂ ਚਾਹੀਦਾ। ਹੀ ਕੈਨ ਟਰੈਵਲ ਵਾਇਆ US। ਲੇਕਿਨ ਇੰਡੀਅਨ ਪਾਸਪੋਰਟ ਹੋਲਡਰ ਹੈ ਹੂ ਇਜ਼ ਗੋਇੰਗ ਵਾਇਆ US, ਚਾਹੇ ਕਮਿੰਗ ਟੂ ਕੈਨੇਡਾ ਜਾਂ ਗੋਇੰਗ ਟੂ ਇੰਡੀਆ ਵਾਇਆ US, ਉਹਨੂੰ ਵੀਜ਼ਾ ਚਾਹੀਦਾ। ਹੁਣ ਤੁਹਾਡੇ ਤੁਸੀਂ ਪੇਮੈਂਟ ਕਿਵੇਂ ਲੈਂਦੇ ਹੋ? Payment, people can pay by credit card and airline will charge directly your credit card. You can pay by e-transfer on our email ID. You can pay cash in our office, or you can deposit cash in our bank account. ਅਸੀਂ TD account ਆਪਣਾ bank account ਦੇ ਦਿੰਦੇ ਹਾਂ, ਉੱਥੇ ਜਾ ਕੇ ਜਮ੍ਹਾਂ ਕਰਾ ਦਿਓ, ਠੀਕ ਹੈ। These are 4 ways you can pay to us. ਮਤਲਬ ਮਲਟੀਪਲ ਆਪਸ਼ਨ ਹੈ। Yes ਜਿਵੇਂ ਮਰਜ਼ੀ ਪੇ ਕਰ ਲਓ। ਓਕੇ, ਤੇ ਆ ਜਿਹੜੀ ਟਿਕਟਸ ਆਪਾਂ ਬੁੱਕ ਕਰਦੇ ਹਾਂ ਤੁਹਾਡੇ ਥਰੂ, ਰਿਫੰਡੇਬਲ ਹੁੰਦੀਆਂ ਕਿ ਪਾਰਸ਼ਲ ਰਿਫੰਡੇਬਲ ਹੁੰਦੀਆਂ? ਹਾਊ ਡਜ਼ ਇਟ? ਓਕੇ, ਮੈਜੋਰਿਟੀ ਟਿਕਟਸ ਨਾਨ ਰਿਫੰਡੇਬਲ ਹੁੰਦੀ ਹੈ, ਮੈਜੋਰਿਟੀ ਟਿਕਟਸ। ਬਟ ਟਿਕਟ ਜਿਹੜੀ ਨਾਨ ਰਿਫੰਡੇਬਲ ਵੀ ਹੈ, ਉਹ ਅਸੀਂ ਪਹਿਲੇ ਜਦੋਂ ਬੁੱਕ ਕਰਦੇ ਹੋ ਟਿਕਟਸ ਉਸ ਟਾਈਮ ਦੱਸ ਦਿੰਦੇ ਹਾਂ ਕਿ ਵੀ ਤੁਹਾਡੀ ਟਿਕਟ ਰਿਫੰਡੇਬਲ ਹੈ। ਔਰ ਤੁਸੀਂ ਚੈੱਕ ਵੀ ਕਰ ਸਕਦੇ ਹੋ ਸਾਡੇ ਨਾਲ ਫੋਨ ਕਰਕੇ ਕਿ ਆਪਣੇ ਟਿਕਟਸ ਬਾਰੇ ਕਿ ਸਾਡੀ ਟਿਕਟ ਰਿਫੰਡੇਬਲ ਹੈ ਕਿ ਨਾਨ ਰਿਫੰਡੇਬਲ ਹੈ। ਔਰ ਜਦੋਂ ਟਿਕਟ ਰਿਫੰਡੇਬਲ ਹੁੰਦੀ ਹੈ ਦੈਨ ਇੱਕ ਏਅਰਲਾਈਨ ਪੈਨਲਟੀ ਚਾਰਜ ਕਰਦੀ ਹੈ ਟਿਕਟ ਕੈਂਸਲੇਸ਼ਨ ਦੀ, ਉਹ ਪਲੱਸ ਸਰਵਿਸ ਫੀ, ਉਹ ਕੱਟ ਕੇ ਬਾਕੀ ਪੈਸੇ ਤੁਹਾਨੂੰ ਮਿਲ ਜਾਂਦੇ ਆ। ਅਗਰ ਤੁਸੀਂ ਟਰੈਵਲ ਇੰਸ਼ੋਰੈਂਸ ਬਾਈ ਕੀਤੀ ਹੋਈ ਹੈ ਦੈਨ ਤੁਹਾਡੇ ਜਿਹੜੇ ਪੈਸੇ ਲੱਗੇ ਆ ਟਿਕਟ ਕੈਂਸਲੇਸ਼ਨ ਦੇ, ਉਹ ਤੁਸੀਂ ਕਲੇਮ ਕਰ ਸਕਦੇ ਹੋ ਏਅਰਲਾਈਨ ਤੋਂ, ਟਰੈਵਲ ਇੰਸ਼ੋਰੈਂਸ ਕੰਪਨੀ ਤੋਂ। ਅਗਰ ਤੁਹਾਡੀ ਟਿਕਟ ਨਾਨ ਰਿਫੰਡੇਬਲ ਹੈ, ਅਗਰ ਤਾਂ ਇੰਸ਼ੋਰੈਂਸ ਹੈਗੀ ਆ ਤੇ ਤੁਸੀਂ ਕਲੇਮ ਕਰ ਲਓ ਸਾਰੇ ਪੈਸੇ, ਅਗਰ ਇੰਸ਼ੋਰੈਂਸ ਨਹੀਂ ਹੈ ਤਾਂ ਫਿਰ ਤੁਹਾਡੇ ਸਾਰੇ ਪੈਸੇ ਮਿੱਟੀ। ਤੇ ਤੁਹਾਨੂੰ ਕੀ ਲੱਗਦਾ ਤੁਹਾਡੇ ਐਕਸਪੀਰੀਅੰਸ ਨਾਲ ਲੋਕੀ ਜ਼ਿਆਦਾਤਰ ਰਿਫੰਡੇਬਲ ਟਿਕਟਸ ਬੁੱਕ ਕਰਦੇ ਆ ਕਿ ਨਾਨ ਰਿਫੰਡੇਬਲ? people don't care. Majority of clients they have their plans already made, ਤੇ ਉਹਨਾਂ ਨੂੰ ਪਤਾ ਵੀ ਅਸੀਂ ਜਾਣਾ ਹੀ ਜਾਣਾ। ਮੈਜੋਰਿਟੀ ਉਹ ਫਿਰ ਦੇ ਟਰੈਵਲ। ਤੇ ਲੈਟਸ ਜਸਟ ਸੇ ਕੋਈ ਫਲਾਈਟ 에ਅਰਲਾਈਨ ਦੇ ਵੱਲੋਂ ਕੈਂਸਲ ਹੋ ਜਾਂਦੀ ਹੈ, ਉਸ ਦਾ ਟਿਕਟ ਦਾ ਫਿਰ ਉਹ ਡੇਟ ਚੇਂਜ ਕਰਦੇ ਆ, ਫੇਅਰ ਪ੍ਰਾਈਸਿਸ ਤੱਕ ਦਿੰਦੇ ਆ, ਹਾਊ ਡਜ਼ ਇਟ ਗੋ? ਅਗਰ 에ਅਰਲਾਈਨ ਵੱਲੋਂ ਕੋਈ ਗਲਤੀ ਹੈ, 에ਅਰਲਾਈਨ ਵੱਲੋਂ ਕੋਈ ਚੇਂਜ ਹੈ, 에ਅਰਲਾਈਨ ਵੱਲੋਂ ਕੋਈ ਸਟਾਪ ਟਾਈਮ ਚੇਂਜ ਹੋਇਆ, ਮੇਜਰ ਚੇਂਜ ਹੈ, ਕੋਈ ਫਲਾਈਟ ਕੈਂਸਲ ਹੋ ਗਈ, ਫੋਰ ਐਗਜ਼ਾਮਪਲ 4 ਫਲਾਈਟਾਂ ਸੀਗੀਆਂ ਇੱਥੋਂ ਲੰਡਨ ਦਿੱਲੀ, ਵਾਪਸੀ ਦਿੱਲੀ ਲੰਡਨ ਟੋਰਾਂਟੋ, ਕੋਈ 4 ਫਲਾਈਟਾਂ 'ਚੋਂ ਇੱਕ ਵੀ ਕੈਂਸਲ ਹੋ ਗਈ, ਦੈਨ ਯੂਰ ਆਪਸ਼ਨ ਟੂ ਅਪਲਾਈ ਫॉर ਫੁੱਲ ਰਿਫੰਡ। ਏਅਰਲਾਈਨ ਨੂੰ ਕਹਿ ਕੇ ਸਾਰੇ ਪੈਸੇ ਵਾਪਸ ਲੈ ਲਓ, ਠੀਕ ਹੈ, ਜਾਂ ਤੁਸੀਂ ਕੋਈ ਨਵੀਂ ਡੇਟ ਲੈ ਲਓ ਅਗਰ ਸੇਮ ਕਲਾਸ ਆਫ ਬੁਕਿੰਗ ਮਿਲਣੀ ਚਾਹੀਦੀ ਹੈ। ਤੇ ਲੈਟਸ ਜਸਟ ਸੇ ਕਿ ਫਲਾਈਟ ਵੀ ਚੇਂਜ ਨਹੀਂ ਹੋ ਰਹੀ, 에ਅਰਲਾਈਨ ਵਧੀਆ ਚੱਲ ਰਹੀ ਹੈ, ਬਟ ਬਿਕਾਜ਼ ਆਫ ਮਾਈ ਪਰਸਨਲ ਰੀਜ਼ਨ ਮੈਂ ਹੁਣ ਆਪਣੀ ਫਲਾਈਟ ਦੀ ਡੇਟ ਚੇਂਜ ਕਰਨੀ ਹੈ, ਇਹਦੇ ਫਿਰ ਫੇਅਰ ਪ੍ਰਾਈਸਿਸ ਚੇਂਜ ਹੁੰਦੇ ਆ? ਯੈਸ, ਫੋਰ ਐਗਜ਼ਾਮਪਲ ਕਿਸੇ ਨੇ ਵੀ ਅਗਰ ਆਪਣੀ ਡੇਟ ਚੇਂਜ ਕਰਨੀ ਹੈ, ਉਹਦੀ ਪਹਿਲੇ ਡੇਟ ਚੇਂਜ ਪੈਨਲਟੀ ਲੱਗਦੀ ਹੈ। ਜਿੱਦਾਂ ਕੈਂਸਲੇਸ਼ਨ ਦੀ ਪੈਨਲਟੀ ਸੀਗੀ ਵੈਸੇ ਉੱਦਾਂ ਹੀ ਡੇਟ ਚੇਂਜ ਪੈਨਲਟੀ ਲੱਗਦੀ ਹੈ, ਪਲੱਸ ਫੇਅਰ ਡਿਫਰੈਂਸ ਲੱਗ ਸਕਦਾ ਹੈ, ਪਲੱਸ ਸਾਡੀ ਜਿਹੜੀ ਸਰਵਿਸ ਫੀ ਹੈ ਉਹ ਲੱਗਦੀ ਹੈ। ਡੇਟ ਚੇਂਜ ਪੈਨਲਟੀ ਏਅਰਲਾਈਨ ਟੂ ਏਅਰਲਾਈਨ ਡਿਪੈਂਡ ਕਰਦੀ ਹੈ। ਫੇਅਰ ਡਿਫਰੈਂਸ ਕਦੇ $0 ਹੁੰਦਾ, ਕੋਈ ਨਹੀਂ ਹੁੰਦਾ, ਕਦੇ $20, $50, $100, $400, $500, ਮੈਂ $1200 ਵੀ ਦੇਖਿਆ ਹੋਇਆ ਫੇਅਰ ਡਿਫਰੈਂਸ। ਸੋ ਡਿਪੈਂਡ ਕਰਦਾ ਹੈ। ਹੁਣ ਤੁਸੀਂ ਟਿਕਟ ਜਦੋਂ ਕਰਾਈ ਸੀ ਤਾਂ ਸਸਤੀ ਸੀ, ਹੁਣ ਟਿਕਟਾਂ ਮਹਿੰਗੀ ਹੋ ਗਈਆਂ, ਜਿਹੜੀ ਡੇਟ ਤੁਹਾਨੂੰ ਚਾਹੀਦੀ ਉਹ ਪੀਕ ਸੀਜ਼ਨ ਹੈ, ਰਾਈਟ, ਅਤੇ ਫਿਰ ਟਿਕਟਾਂ ਫਿਰ ਫੇਅਰ ਡਿਫਰੈਂਸ ਆਉਣਾ। ਤਾਂ ਅਗਰ ਤੁਹਾਡੀ ਇਹਨੂੰ ਕਹਿੰਦੇ ਆ ਟ੍ਰਿਪ ਇੰਟਰਪਸ਼ਨ, ਅਗਰ ਟ੍ਰਿਪ ਇੰਟਰਪਸ਼ਨ ਇੰਸ਼ੋਰੈਂਸ ਹੈ ਤੁਹਾਡੇ ਕੋਲ, ਤੁਸੀਂ ਇਹ ਸਾਰਾ ਪੈਸਾ ਕਲੇਮ ਕਰ ਸਕਦੇ ਹੋ ਜੋ ਵੀ ਤੁਹਾਡਾ ਲੱਗਦਾ। ਦੈਨ ਇਟ ਕਮਸ ਡਾਊਨ ਟੂ ਇੰਸ਼ੋਰੈਂਸ ਬੇਸਿਕਲੀ। ਠੀਕ ਹੈ, ਓਕੇ, ਲੈਟਸ ਜਸਟ ਸੇ ਕਿ ਮੈਂ ਤੁਹਾਡੇ ਨਾਲ ਟਿਕਟ ਬੁੱਕ ਕੀਤੀ ਹੈ, ਤੁਸੀਂ ਕੋਈ ਹਾਈਪੋਥੈਟੀਕਲ ਨੰਬਰ ਦੇ ਸਕਦੇ ਹੋ ਜਾਂ ਕੋਈ ਅਮਾਊਂਟ ਦੇ ਸਕਦੇ ਹੋ ਕਿ ਦੈਟ ਯੂ ਕਲੇਮ ਕਿ ਅੱਜ ਜੇ ਮੈਂ ਇਕਨੋਮਿਕ ਕਲਾਸ 'ਚ ਬੁੱਕ ਕੀਤਾ ਜਾਂ ਮੈਂ ਬਿਜ਼ਨਸ ਕਲਾਸ 'ਚ ਬੁੱਕ ਕੀਤਾ, ਅਤੇ ਸਾਡੇ ਕੋਲ ਜੋ ਤੁਸੀਂ ਬੁੱਕ ਕਰੋਗੇ ਅਤੇ ਪ੍ਰਾਈਸਿਸ ਐਟਲੀਸਟ ਇੰਨੇ % ਤੋਂ ਘੱਟ ਹੋਣਗੇ, ਇੰਨੇ ਨੰਬਰ ਤੋਂ ਘੱਟ ਹੋਣਗੇ? ਨਹੀਂ, ਇੱਦਾਂ ਐਗਜ਼ੈਕਟ ਨੰਬਰ ਨਹੀਂ ਦੇ ਸਕਦੇ, ਬਟ ਐਵਰੀ ਕੇਸ ਇਜ਼ ਡਿਫਰੈਂਟ, ਐਵਰੀ ਫਲਾਈਟ, ਐਵਰੀ ਆਈਟਨਰੀ ਇਜ਼ ਡਿਫਰੈਂਟ।
but yeah, I would say majority time you will find cheaper flights with us. Majority, 99% you will find cheaper flights with us. Plus you're getting good service, plus there is somebody who will answer your call, there is somebody who will take responsibility, right? ਇਹ ਹੋ ਗਿਆ other part. But premium economy and business class are, we have amazing prices. Sometimes ਮੈਂ ਆਪਣੇ ਆਪਾਂ ਦੇਖਦੇ ਹਾਂ ਜਦੋਂ client book ਕਰਦੇ, ਇੱਕ client ਨੂੰ ਮੈਂ $2,000 on business class save ਕਰਕੇ ਦਿੱਤੇ ਸੀ. Online price was $7,100 for direct flight from Toronto to Delhi. ਔਰ ਮੈਂ ਉਹਨੂੰ ਦਿੱਤੀ ਸੀ, I remember for that ticket for $5,000. So he saved more than $2,100 per ticket. So they were two travelings. So they saved around $4,000, $4,200 on those business class flights. So depend ਕਰਦਾ ਹੈ case to case, depend ਕਰਦਾ ਹੈ itinerary, depend ਕਰਦਾ ਕਿਹੜੀ airline ਹੈ, depend ਕਰਦਾ class of booking. And our job is to help you out in best possible way and keep our service standards high. Okay. So I'm well aware of high seasons, low seasons, but ਤੁਸੀਂ ਕਿਆ recommend ਕਰਦੇ ਹੋ ਕਿ ਸਾਨੂੰ ਐਟਲੀਸਟ ਕਿੰਨੀ ਦੇਰ ਪਹਿਲਾਂ ਆਪਣੀ ਫਲਾਈਟ ਟਿਕਟਸ ਬੁੱਕ ਕਰ ਲੈਣੀ ਚਾਹੀਦੀਆਂ ਤਾਂ ਕਿ ਸਾਨੂੰ ਬੈਸਟ ਪ੍ਰਾਈਸਿਸ ਮਿਲਣ? ਪ੍ਰੋਨਿਕਾ, I would recommend, highly recommend, ਘੱਟੋ ਘੱਟ 3 ਤੋਂ 4 ਮਹੀਨੇ ਪਹਿਲੇ ਆਪਣੀ ਟਿਕਟ ਬੁੱਕ ਕਰ ਲਓ, ਠੀਕ ਹੈ? ਅਗਰ ਕਿਸੇ ਨੇ 3-4 ਮਹੀਨੇ ਪਹਿਲੇ ਬੁੱਕ ਕਰ ਲਈ ਦੈਨ ਦੇ ਗੈਟ ਅ ਡੀਸੈਂਟ ਪ੍ਰਾਈਸ. ਉਹ ਹੁੰਦਾ ਇੱਕ ਸਟੀਰੀਓਟਾਈਪ ਅਗੇਨ ਬਣਿਆ ਹੋਇਆ ਕਿ ਵੀ ਲਾਸਟ ਮਿੰਟ ਤੁਹਾਨੂੰ ਸਸਤੀ ਮਿਲਦੀ ਹੈ, ਇੱਦਾਂ ਕੁਛ ਨਹੀਂ ਹੁੰਦਾ. ਟਿਕਟਾਂ ਵਿਕਦੀ ਰਹਿੰਦੀ ਹੈ, ਉਹਦੇ ਪ੍ਰਾਈਸ ਵੱਧਦੇ ਰਹਿੰਦੇ. ਇਟਸ ਲਾਈਵ ਇਨਵੈਂਟਰੀ, ਰਾਈਟ? ਜਿੱਦਾਂ ਜਿੱਦਾਂ ਟਿਕਟਾਂ ਵਿਕਦੀ ਰਹਿਣਗੀਆਂ, ਟਿਕਟਾਂ ਖਤਮ ਹੁੰਦੀ ਰਹਿਣਗੀਆਂ, ਉਹਦੇ ਪ੍ਰਾਈਸ, ਡਿਮਾਂਡ ਐਂਡ ਸਪਲਾਈ, ਰਾਈਟ? ਜਿੰਨੀ ਡਿਮਾਂਡ ਵੱਧਦੀ ਰਹੇਗੀ ਉਹਨਾਂ ਦਾ ਪ੍ਰਾਈਸ ਵੱਧਦਾ ਰਹਿਣਾ ਏਅਰਲਾਈਨ ਦਾ. ਸੋ ਬੈਟਰ ਇਜ਼, ਇੱਕ ਕਰੋ ਫਲੈਕਸੀਬਲ ਵਿਦ ਡੇਟਸ, ਸੈਕਿੰਡ ਜਿੰਨੀ ਛੇਤੀ ਬੁੱਕ ਕਰ ਸਕਦੇ ਹੋ ਕਰ ਲਓ. Okay. Plus the people who are hiring to book your flights, they have to be knowledgeable enough. ਇੰਨਾ ਮਿਹਨਤ ਕਰੇ ਤੁਹਾਡੇ ਲਈ ਵੀ, ਅੱਗੇ ਪਿੱਛੇ ਕਰਕੇ, ਰਾਊਟ ਚੇਂਜ ਕਰਕੇ. ਤੁਹਾਨੂੰ ਅਗਰ ਯੂਰਪ ਤੋਂ ਨਹੀਂ ਮਿਲ ਰਿਹਾ, ਤੁਹਾਨੂੰ ਮਿਡਲ ਈਸਟ ਤੋਂ ਲੈ ਕੇ ਚਲੇ ਗਏ, ਰਾਈਟ? ਏਅਰਲਾਈਨ ਚੂਜ਼ ਕਰਤੀ, ਅਲੱਗ-ਅਲੱਗ ਕਨੈਕਸ਼ਨਸ ਬਣਾਤੇ. ਸੋ ਆਲ ਡਿਪੈਂਡਸ. ਪੈਸੇ ਬਚਾ ਸਕਦੇ ਹਾਂ ਤੁਹਾਡੇ. Which is like the main point. Yes. Okay, coming to the next question. ਜਿਵੇਂ ਤੁਸੀਂ ਆਲਰੇਡੀ ਮੈਂਸ਼ਨ ਕਰਤਾ ਕਿ ਤੁਹਾਡਾ ਜਿਹੜਾ ਲਾਇਸੈਂਸ ਹੈ ਓਨਟਾਰੀਓ ਦਾ ਹੈ, ਤੁਹਾਡਾ ਆਫਿਸ ਹੈ ਮਿਸਿਸਾਗਾ ਦੇ ਵਿੱਚ ਹੈ, ਅਤੇ ਕੋਈ ਕਲਾਇੰਟ ਜਿਹੜਾ ਵੈਂਕੂਵਰ ਬੈਠਾ ਜਾਂ ਕੈਲਗਰੀ ਬੈਠਾ, ਤੁਸੀਂ ਉਹਨਾਂ ਨਾਲ ਵੀ ਡੀਲਿੰਗ ਕਰਦੇ ਹੋ ਔਰ ਇਜ਼ ਇਟ ਜਸਟ ਓਨਟਾਰੀਓ ਬੇਸਡ? ਨਹੀਂ, ਜਿੱਥੇ ਮਰਜ਼ੀ ਤੁਸੀਂ ਬੈਠੇ ਹੋ ਇਨ ਕੈਨੇਡਾ, ਚਾਹੇ ਤੁਸੀਂ ਕੈਲਗਰੀ ਹੋ, ਚਾਹੇ ਤੁਸੀਂ ਵੈਂਕੂਵਰ, ਚਾਹੇ ਤੁਸੀਂ ਐਡਮਿੰਟਨ, ਵਿਨੀਪੈਗ, ਜਿੱਥੇ ਮਰਜ਼ੀ ਹੋ ਪੂਰੇ ਕੈਨੇਡਾ 'ਚ ਬੈਠੇ ਹੋ, ਸਿਰਫ ਤੁਸੀਂ ਇੱਕ ਸਾਨੂੰ ਕਾਲ ਕਰਨੀ ਹੈ. ਸਾਡਾ ਨੰਬਰ 'ਤੇ ਵਟਸਐਪ ਵੀ ਛੱਡ ਦੋਗੇ, ਅਸੀਂ ਕਾਲ ਕਰ ਦਾਂਗੇ ਤੁਹਾਨੂੰ, ਠੀਕ ਹੈ? ਸਾਡਾ ਫ਼ੋਨ ਨੰਬਰ ਹੈ 9052760606. ਸੇਵ ਕਰ ਲਓ, ਵਟਸਐਪ ਕਰ ਲਓ, ਕਾਲ ਕਰ ਲਓ, ਸਾਨੂੰ ਈਮੇਲ ਕਰ ਦਿਓ info@tourito.com 'ਤੇ. ਅਸੀਂ ਤੁਹਾਨੂੰ ਹੈਲਪ ਕਰਾਂਗੇ. ਫੋਨ 'ਤੇ ਹੀ ਸਾਰੀ ਟਿਕਟਾਂ ਤੁਹਾਨੂੰ ਪ੍ਰਾਈਸਿਸ ਦੱਸ ਕੇ, ਟਿਕਟ ਬੁੱਕ ਕਰਕੇ ਈਮੇਲ ਕਰ ਦਾਂਗੇ. ਅੱਜ ਕੱਲ੍ਹ ਤਾਂ ਜ਼ਮਾਨਾ ਹੀ ਚੇਂਜ ਹੈ. ਪਹਿਲੇ ਜ਼ਮਾਨਾ ਹੁੰਦਾ ਸੀ ਵੀ ਪ੍ਰਿੰਟ ਆਊਟ ਵੀ ਚਾਹੀਦਾ, ਸਾਰਾ ਕੁਝ ਚਾਹੀਦਾ. ਰਾਈਟ ਨਾਓ ਗਲੋਬਲ ਹੈ. ਕਈ ਵਾਰੀ ਲੋਕ ਇੱਥੇ ਬੈਠੇ ਇੰਡੀਆ ਟਿਕਟ ਬੁੱਕ ਕਰ ਲੈਂਦੇ ਆਪਣੇ ਪੁਰਾਣੇ ਟਰੈਵਲ ਏਜੰਟ ਤੋਂ, ਠੀਕ ਹੈ? ਐਵਰੀਥਿੰਗ ਇਜ਼ ਗਲੋਬਲ ਨਾਓ. ਬਸ ਸੇਮ ਵੇ ਤੁਹਾਨੂੰ ਅਗਰ ਰਿਲਾਇਬਲ ਟਰੈਵਲ ਏਜੰਸੀ ਮਿਲ ਗਈ ਆ, ਤੁਹਾਨੂੰ ਸਾਡੇ ਨਾਲ ਬੁਕਿੰਗ ਕਰਨੀ ਹੈ, ਦੇਰ ਇਜ਼ ਨੋ ਬੈਰੀਅਰ. ਕਾਲ ਕਰੋ, ਵਟਸਐਪ ਕਰੋ, ਈਮੇਲ ਕਰੋ, ਕਰ ਦਾਂਗੇ ਟਿਕਟਾਂ ਬੁੱਕ, ਨੋ ਪ੍ਰੋਬਲਮ. ਗ੍ਰੇਟ. ਓਕੇ. ਅਤੇ ਅੱਜ ਕੱਲ੍ਹ ਕੀ ਹੁੰਦਾ, ਲੋਕ ਗਲੋਬਲੀ ਬਹੁਤ ਜ਼ਿਆਦਾ ਟਰੈਵਲ ਕਰ ਰਹੇ ਆ ਜਾਂ ਕਰਨਾ ਪਸੰਦ ਕਰਦੇ ਆ, ਅਤੇ ਕਦੀ ਕਦੀ ਕੀ ਹੁੰਦਾ, ਫਲਾਈਟਸ ਦਾ ਟਾਈਮ ਬਹੁਤ ਲੰਬਾ ਹੁੰਦਾ, ਰਾਈਟ? 16 ਘੰਟੇ ਦੀ ਫਲਾਈਟ, 17 ਘੰਟੇ ਦੀ ਫਲਾਈਟ, ਈਵਨ ਲਾਈਕ 22 ਆਵਰਸ. ਅਤੇ ਜਦੋਂ ਕਦੇ ਇਸ ਸਿਚੁਏਸ਼ਨ 'ਚ ਜ਼ਿਆਦਾਤਰ ਕੀ ਪ੍ਰੈਫਰ ਕਰਦੇ ਹਾਂ ਵੀ ਆਪਾਂ ਲੇ ਓਵਰ ਕਰ ਲਈਏ, ਰਾਈਟ? ਅਤੇ ਤੁਸੀਂ ਕਿੰਨਾ ਟਾਈਮ ਰეკਮੈਂਡ ਕਰਦੇ ਹੋ ਕਿ ਕਿੰਨੀ ਦੇਰ ਦਾ ਹਾਲਟ ਬੰਦਾ ਰੱਖੇ ਆਪਣੀ ਫਲਾਈਟਸ ਦੇ ਵਿੱਚ? ਪ੍ਰਣਿਕਾ, ਦੇਖੋ, ਦੋ ਤਰੀਕੇ ਦੇ ਕਸਟਮਰ ਹੁੰਦੇ ਆ. ਇੱਕ ਪ੍ਰੈਫਰ ਕਰਦੇ ਆ, ਸਪੈਸ਼ਲੀ ਬਜ਼ੁਰਗ ਪ੍ਰੈਫਰ ਕਰਦੇ ਵੀ ਸਿੱਧੀ ਫਲਾਈਟ ਦੇ ਦਿਓ, ਟੋਰਾਂਟੋ ਦਿੱਲੀ ਇੱਕ ਵਾਰ ਬਹਿ ਗਏ ਅਤੇ ਉੱਥੇ ਉਤਰਨਾ ਸਿੱਧਾ ਦਿੱਲੀ, ਠੀਕ ਹੈ? ਕਈ ਵਾਰੀ ਕਲਾਇੰਟ ਪ੍ਰੈਫਰ ਕਰਦਾ ਨਹੀਂ ਜੀ, ਇੰਨੀ ਲੰਬੀ ਫਲਾਈਟ ਅਸੀਂ ਬੈਠ ਨਹੀਂ ਸਕਦੇ, ਸਾਨੂੰ ਵਿਦ ਸਟਾਪ ਚਾਹੀਦੀ ਹੈ, ਠੀਕ ਹੈ? ਜਦੋਂ ਵੀ ਲੇ ਓਵਰ ਦੀ ਗੱਲ ਆਉਂਦੀ ਹੈ, ਵੀ ਰეკਮੈਂਡ ਮਿਨੀਮਮ 1 ਘੰਟੇ ਦਾ ਲੇ ਓਵਰ ਹੋਣਾ ਚਾਹੀਦਾ, ਠੀਕ ਹੈ? ਸਮ ਏਅਰਪੋਰਟਸ ਆ ਬਿਗ, ਅਤੇ ਘੱਟੋ ਘੱਟ 2 ਘੰਟੇ ਦਾ ਤੁਸੀਂ ਏਅਰਪੋਰਟ 'ਤੇ ਲੇ ਓਵਰ ਲੈ ਲਓ, ਠੀਕ ਹੈ? ਬਟ ਔਨ ਐਨ ਐਵਰੇਜ ਏਅਰਲਾਈਨਸ ਦਾ ਆਪ ਹੀ ਲੇ ਓਵਰ 2 ਘੰਟੇ, 3 ਘੰਟੇ, 2.5 ਘੰਟੇ, 4 ਘੰਟੇ ਦਾ ਹੁੰਦਾ ਹੀ ਆ ਮੈਜੋਰਿਟੀ. ਜਦੋਂ ਵੀ ਕਿਸੇ ਏਅਰਲਾਈਨ ਦਾ ਲੇ ਓਵਰ ਘੱਟ ਹੋਏਗਾ, ਅਸੀਂ ਰਿਕਮੈਂਡ ਹੀ ਨਹੀਂ ਕਰਨਾ ਤੁਹਾਨੂੰ, ਠੀਕ ਹੈ? ਦਿਸ ਇਜ਼ ਫॉर ਪੀਪਲ ਜਿਹੜੇ ਔਨਲਾਈਨ ਬੁੱਕ ਕਰਦੇ ਆ, ਉਹਨਾਂ ਲਈ ਵੀ 1 ਘੰਟੇ ਤੋਂ ਘੱਟ ਲੇ ਓਵਰ ਹੋਣਾ ਹੀ ਨਹੀਂ ਚਾਹੀਦਾ. ਨਹੀਂ ਤਾਂ ਫਲਾਈਟ ਚੇਂਜ ਕਰਨ 'ਚ ਵੀ ਟਾਈਮ ਲੱਗਦਾ, ਉਹ ਤੁਸੀਂ ਮਿਸ ਕਰ ਜਾਓਗੇ ਨੈਕਸਟ ਫਲਾਈਟ. ਅਤੇ ਓਕੇ, ਇਫ ਸਮਬਡੀ ਮਿਸਿਸ ਦੇਅਰ ਫਲਾਈਟ, ਉਹਦੇ ਵਿੱਚ ਫਿਰ ਉਹ ਨੈਕਸਟ ਫਲਾਈਟ ਦਾ ਵੇਟ ਕਰਦੇ ਆ ਜਾਂ ਉਹ ਕੈਂਸਲ ਹੋ ਜਾਂਦੀ ਹੈ ਜਾਂ ਉੱਥੇ ਹੀ ਰਹਿਣਾ ਪੈਂਦਾ ਹੈ? ਉਹ ਹੁੰਦਾ ਹੈ, ਉਸੇ ਏਅਰਲਾਈਨ ਦੇ ਕਾਊਂਟਰ 'ਤੇ ਚਲੇ ਜਾਓ ਕਿ ਸਾਡੀ ਫਲਾਈਟ ਮਿਸ ਹੋ ਗਈ ਆ ਬਿਕੋਜ਼ ਆਫ ਦਿਸ, ਉਹ ਏਅਰਲਾਈਨ ਨੈਕਸਟ ਫਲਾਈਟ ਤੁਹਾਨੂੰ ਬਿਠਾ ਦਿੰਦੀ ਹੈ ਵਿਦ ਨੋ ਐਕਸਟਰਾ ਚਾਰਜਿਸ? ਨੋ, ਉਹ ਕਰ ਦਿੰਦੀ ਹੈ ਤੁਹਾਨੂੰ. ਅਗਰ ਸੀਟ ਨਹੀਂ ਹੈ, ਕਿਸੇ ਹੋਰ ਏਅਰਲਾਈਨ 'ਚ ਚੜਾਉਂਦੀ ਹੈ, ਕੋਈ ਫੇਵਰ ਕਰਦੀ ਹੈ, ਦ ਏਅਰਪੋਰਟ ਸਟਾਫ ਵਿਲ ਹੈਲਪ ਯੂ, ਦ ਏਅਰਲਾਈਨ ਸਟਾਫ ਐਟ ਦ ਏਅਰਪੋਰਟ ਵਿਲ ਹੈਲਪ ਯੂ.
ਤੇ ਸਾਡਾ ਬਹੁਤ ਸਾਰਿਆਂ ਦਾ ਹੀ ਹੁਣ ਅੱਜਕੱਲ ਮਾਈਂਡਸੈਟ ਹੁੰਦਾ ਵੀ ਜੇ ਆਪਾਂ ਕੋਈ ਗਰੁੱਪ 'ਚ ਚੀਜ਼ ਖਰੀਦੀਏ ਜਾਂ ਇਕੱਠੇ ਕੋਈ ਚੀਜ਼ ਲਈਏ ਤੇ ਉਹ ਸਾਨੂੰ ਸਸਤੀ ਮਿਲ ਜਾਂਦੀ ਹੈ। ਉਹ ਹੁਣ ਮੈਨੂੰ ਨਹੀਂ ਪਤਾ ਉਹ ਕਿੰਨਾ ਸੱਚ ਹੈ, ਕਈ ਵਾਰੀ ਸੱਚ ਹੁੰਦਾ ਵੀ ਹੈ, ਬਟ ਇਨ ਕੇਸ ਆਫ ਬੁਕਿੰਗ ਟਿਕਟਸ ਤੁਹਾਨੂੰ ਕੀ ਲੱਗਦਾ ਹੈ ਜੇ ਕੋਈ ਬੰਦਾ ਗਰੁੱਪ 'ਚ, ਕਿਉਂਕਿ ਫੈਮਿਲੀਜ਼ ਬਹੁਤ ਸਾਰੀ ਇਕੱਠੀਆਂ ਟਰੈਵਲ ਕਰਦੀਆਂ 5-6 ਬੰਦੇ ਹੈ ਨਾ, ਜਾਂ ਫਰੈਂਡਸ ਵੀ ਜਦੋਂ ਟਰੈਵਲ ਕਰਦੇ ਤੇ ਗਰੁੱਪ 'ਚ ਤੁਸੀਂ ਚੀਪਰ ਟਿਕਟਸ ਸਪਲਾਈ ਕਰ ਸਕਦੇ ਹੋ ਕਿ ਇਟਸ ਜਸਟ ਅ ਮਾਈਂਡਸੈਟ? ਪ੍ਰੋਨਿਕਾ, ਦਿਸ ਇਜ਼ ਸਟੀਰੀਓਟਾਈਪ ਬਣਿਆ ਹੋਇਆ ਹੈ ਕਿ ਜਿੰਨੀ ਵੀ ਤੁਸੀਂ ਅਗਰ ਗਰੁੱਪ 'ਚ ਟਿਕਟਾਂ ਬੁੱਕ ਕਰੋਗੇ ਤਾਂ ਤੁਹਾਨੂੰ ਸਸਤੀ ਪੈਣੀ ਹੈ, ਠੀਕ ਹੈ। ਦਿਸ ਇਜ਼ ਰੋਂਗ। ਇਹਦੇ ਅੰਦਰ ਟਰੈਵਲ ਇੰਡਸਟਰੀ ਦੇ ਅੰਦਰ ਹੁੰਦਾ 9 ਸੀਟਸ ਦਾ ਇੱਕ ਕਲਾਸ ਆਫ ਬੁਕਿੰਗ ਕਹਿੰਦੇ ਆ। 9 ਸੀਟਾਂ ਇੱਕ ਪ੍ਰਾਈਸ 'ਤੇ, ਫਿਰ 9 ਸੀਟਾਂ ਡਿਫਰੈਂਟ ਪ੍ਰਾਈਸ 'ਤੇ, ਫਿਰ 9 ਸੀਟਾਂ ਡਿਫਰੈਂਟ ਪ੍ਰਾਈਸ 'ਤੇ। ਜਦੋਂ ਫੋਰ ਐਗਜ਼ਾਮਪਲ ਕੋਈ ਬੰਦੇ ਆ ਗਏ, ਗਰੁੱਪ ਆ ਗਿਆ ਵੀ ਅਸੀਂ 20 ਬੰਦੇ ਆ, ਸਾਨੂੰ ਇੱਕ ਟਿਕਟਾਂ ਦਿਓ, ਦੇ ਐਕਸਪੈਕਟ ਕਿ ਇੰਨੇ ਸਾਰੇ ਲੋਕ ਅਸੀਂ ਚੱਲਦੇ ਹਾਂ ਐਜ਼ ਅ ਗਰੁੱਪ, ਸਾਨੂੰ ਸਸਤੀ ਮਿਲਣੀ ਹੈ, ਬਟ ਦਿਸ ਨਾਟ ਟਰੂ। ਕਿਉਂਕਿ 9 ਲੋਕਾਂ ਨੂੰ ਇੱਕ ਪ੍ਰਾਈਸ ਮਿਲ ਜੂਗਾ, ਅਗਲੇ 9 ਲੋਕਾਂ ਨੂੰ ਹੋਰ ਡਿਫਰੈਂਟ ਪ੍ਰਾਈਸ, ਮਹਿੰਗਾ ਪ੍ਰਾਈਸ, ਅਤੇ ਨੈਕਸਟ ਲੋਕਾਂ ਨੂੰ 2 ਬੰਦੇ ਜਿਹੜੇ ਬਚ ਗਏ ਉਹਨਾਂ ਨੂੰ ਹੋਰ ਨੈਕਸਟ ਮਹਿੰਗਾ ਪ੍ਰਾਈਸ ਮਿਲਣਾ। ਸੋ ਦੇ ਵਿਲ ਸੀ ਔਨਲਾਈਨ, ਜਾਂ ਦੇ ਵਿਲ ਇਫ ਐਨੀ ਵਨ ਆਫ ਦੈਮ, ਪੂਰੇ ਗਰੁੱਪ 'ਚ ਕਿਸੇ ਨੇ ਇੰਡੀਵਿਜੂਅਲੀ ਕਾਲ ਕਰਕੇ ਚੈੱਕ ਕਰ ਲਿਆ ਕਿ ਡੇਟਾ ਦਾ ਕੀ ਪ੍ਰਾਈਸ ਆ ਰਿਹਾ, ਦੈਟ ਵਿਲ ਬੀ ਚੀਪਰ ਦੈਨ ਦ ਗਰੁੱਪ ਫੇਅਰ। ਸੋ ਇਹਨਾਂ ਨੇ ਆਪਸ 'ਚ ਹੀ ਲੜਨਾ ਹੈ, ਜਾਂ ਤੈਨੂੰ ਮਹਿੰਗੀ ਮਿਲ ਰਹੀ, ਜਾਂ ਉਹਨਾਂ ਨੇ ਗਾਲਾਂ ਕੱਢਣੀਆਂ ਟਰੈਵਲ ਏਜੰਟ ਨੂੰ ਇਹ ਮਹਿੰਗੀ ਦੇ ਰਿਹਾ, ਪ੍ਰਾਈਸ ਤੇ 1500 ਆ ਰਿਹਾ, ਗਰੁੱਪ ਦਾ ਸਾਨੂੰ 1800 ਦੇ ਰਿਹਾ ਜਾਂ 1700 ਦੇ ਰਿਹਾ, ਠੀਕ ਹੈ। ਸੋ ਔਨ ਐਨ ਐਵਰੇਜ ਏਅਰਲਾਈਨ ਐਵਰੇਜ ਕੱਢ ਕੇ ਦਿੰਦੀ ਹੈ ਗਰੁੱਪ ਦਾ ਕਿ ਵੀ ਮਿਨੀਮਮ ਫੇਅਰ 1500 ਹੈ ਜਿਹੜਾ ਅੱਜ ਕੱਲ੍ਹ ਚੱਲ ਰਿਹਾ, ਇਸ ਤੋਂ ਹਾਈਐਸਟ ਜਿਹੜਾ ਹੈਗਾ ਉਹ 2000 ਹੈ, ਉਹਨਾਂ ਨੇ ਕੱਢ ਕੇ ਤੁਹਾਨੂੰ 1700-1800 ਦਾ ਫੇਅਰ ਦੇ ਦਿੱਤਾ। ਸੋ ਇਹ 'ਚ ਫੇਅਰਨੈਸ ਇਹ ਆ, ਏਅਰਲਾਈਨ ਨੂੰ ਵੀ ਪਤਾ ਵੀ ਸਾਰੀ ਖੱਟੇ ਸਾਡੀ ਮੈਜੋਰਟੀ ਸੀਟਾਂ, ਮਤਲਬ 20 ਸੀਟਾਂ ਮੈਜੋਰਟੀ ਨਿਕਲ ਗਈਆਂ ਇੱਕ ਪ੍ਰਾਈਸ 'ਤੇ। ਲੋਕਾਂ ਨੂੰ ਸੇਮ ਹੈ ਕਿ ਵੀ ਸਾਡੇ ਸਭ ਨੂੰ ਇੱਕ ਪ੍ਰਾਈਸ ਮਿਲ ਗਿਆ, ਵੀ ਇਹ ਖੁਸ਼ ਹੈ ਸਾਰੇ। ਲੇਕਿਨ ਅਗਰ ਉਹ ਅੱਡ ਬੁੱਕ ਕਰਦੇ ਆ ਫਿਰ ਤਾਂ ਵੀ ਕਿਸੇ ਨੂੰ ਸਸਤੀ ਮਿਲ ਜਾਣੀ, ਕਿਸੇ ਨੂੰ ਮਹਿੰਗੀ ਮਿਲ ਜਾਣੀ ਹੈ, ਦੇ ਆਰ ਹੈਪੀ, ਦੈਨ ਆਪਸ ਲੜੀ ਜਾਓ ਕਿ ਵੀ ਯਾਰ ਤੈਨੂੰ ਮਹਿੰਗੀ ਮਿਲ ਗਈ, ਸਸਤੀ ਮਿਲ ਗਈ। ਬਟ ਲੌਜਿਕ ਸਮਝਣਾ ਇੰਪੋਰਟੈਂਟ ਹੈ ਫਰੋਮ ਦੀ ਏਅਰਲਾਈਨ ਪ੍ਰੋਸਪੈਕਟ ਜਾਂ ਫਰੋਮ ਟਰੈਵਲ ਏਜੰਸੀ ਦੇ ਪ੍ਰੋਸਪੈਕਟ ਨਾਲੋਂ, ਕਿ ਇਫ ਯੂ ਬੁੱਕ ਇਨ ਅ ਗਰੁੱਪ ਤੁਹਾਨੂੰ ਐਵਰੇਜ ਫੇਅਰ ਮਿਲਣਾ, ਨਾ ਸਸਤਾ ਨਾ ਮਹਿੰਗਾ, ਜੋ ਰਿਲੇਟਿਵਲੀ ਜਿਹੜਾ ਹੈ ਉਹ ਸਾਰਿਆਂ ਦਾ ਆਲਮੋਸਟ ਸੇਮ। ਬਟ ਮੈਜੋਰਟੀ ਕਲਾਇੰਟ ਕਹਿੰਦੇ ਅਸੀਂ ਵੈਸੇ ਗਰੁੱਪ ਜਾਣਾ ਵੀ ਵਿਆਹ ਹੈ, ਬਟ 99% ਉਹ ਗਰੁੱਪ ਬੁੱਕ ਹੀ ਨਹੀਂ ਕਰਦੇ, ਕਿਉਂਕਿ ਸਭ ਦੀ ਜਾਣ ਦੀ ਡੇਟਾ ਸੇਮ ਹੁੰਦੀ ਹੈ, ਆਉਣ ਦੀ ਡਿਫਰੈਂਟ ਹੁੰਦੀ ਹੈ। ਕੋਈ ਕਹੇਗਾ ਵੀ ਮੈਂ ਆਉਣਾ ਸੇਮ ਡੇਟ 'ਤੇ, ਜਾਣਾ ਡਿਫਰੈਂਟ ਡੇਟ 'ਤੇ ਹੈ। ਕਿਸੇ ਨੇ ਕਹਿਣਾ ਮੈਂ ਜਾਣਾ ਸਭ ਨੇ ਇਕੱਠੇ, ਮੈਜੋਰਟੀ ਆਉਣਾ ਡਿਫਰੈਂਟ ਡੇਟ 'ਤੇ। ਦੈਟਸ ਨਾਟ ਗਰੁੱਪ। ਗਰੁੱਪ ਹੁੰਦਾ ਵੀ ਜਾਣਾ ਵੀ ਸੇਮ, ਆਉਣਾ ਵੀ ਸੇਮ, ਰਾਊਂਡ ਟ੍ਰਿਪ ਸੇਮ ਡੇਟ ਸਭ ਦੀ, 20 ਦੇ 20 ਬੰਦੇ, ਬਟ ਮੈਜੋਰਟੀ ਕਰਦੇ ਨਹੀਂ ਨਾ। ਕਿਸੇ ਨੇ ਅੱਗੇ ਗਾਂ ਘੁੰਮਣਾ ਹੈ, ਕਿਸੇ ਨੇ 2 ਮਹੀਨੇ ਹਫ਼ਤੇ ਐਕਸਟਰਾ ਲਾਣੇ, ਕਿਸੇ ਨੇ 2 ਹਫ਼ਤੇ ਐਕਸਟਰਾ ਰੁਕਣਾ, ਦੈਟ ਵਿਲ ਨਾਟ ਬੀ ਕੰਸੀਡਰਡ ਐਜ਼ ਗਰੁੱਪ। ਫਿਰ ਅੰਡਰ ਬੁੱਕ ਕਰੋ। ਆਪਾਂ ਹੁਣ ਥੋੜਾ ਹਾਲਟ ਤੇ ਵਾਪਸ ਜਾਂਦੇ ਹਾਂ। ਜਦੋਂ ਸਾਡੀ ਹਾਲਟ ਹੁੰਦੀ ਹੈ ਕਿਸੇ ਵੀ ਕੰਟਰੀ ਦੇ ਵਿੱਚ, ਉਦੋਂ ਸਾਨੂੰ ਬਾਹਰ ਜਾਣ ਵਾਲਾ, ਕਿਉਂਕਿ ਬਹੁਤ ਸਾਰੇ ਬੰਦਿਆਂ ਨੂੰ ਸ਼ੌਕ ਹੁੰਦਾ ਹੈ ਵੀ ਅੱਛਾ ਹੁਣ ਆਪਾਂ ਇੱਥੇ ਆਏ ਤਾਂ ਹੈ ਹੀ ਆ, ਰੁਕੇ ਤਾਂ ਹੈ ਹੀ ਆ, ਮਾੜਾ ਬਾਹਰ ਦੇਖ ਲਈਏ, ਤੇ ਡਜ਼ 에ਅਰਪੋਰਟ ਅਲਾਉ ਦੈਟ? ਏਅਰਪੋਰਟ 'ਤੇ ਅਲਾਉ ਕਰਦਾ ਹੈ। ਤੁਹਾਡੇ ਕੋਲ ਟ੍ਰਾਂਸਿਟ ਵੀਜ਼ਾ ਹੋਣਾ ਚਾਹੀਦਾ, ਡਿਪੈਂਡਿੰਗ ਔਨ ਤੁਹਾਡੇ ਕੋਲ ਪਾਸਪੋਰਟ ਕਿਹੜਾ ਔਰ ਕਿਹੜੀ ਕੰਟਰੀ ਤੁਹਾਨੂੰ ਟ੍ਰਾਂਸਿਟ ਮਿਲਣਾ, ਅਤੇ ਤੁਹਾਨੂੰ ਤੁਹਾਡਾ ਹਾਲਟ ਹੈ। ਕਈ ਲੋਕ ਪ੍ਰੈਫਰੇਬਲੀ ਮੰਗਦੇ ਆ ਵੀ 2 ਦਿਨ ਅਸੀਂ ਉੱਥੇ ਰਹਿਣਾ ਐਂਡ ਸਾਨੂੰ ਉੱਥੇ ਵੀਜ਼ਾ ਲੈ ਲਿਆ 2 ਦਿਨ ਦਾ, ਅਸੀਂ ਬਾਹਰ ਨਿਕਲ ਕੇ 2 ਦਿਨ ਘੁੰਮ ਫਿਰ ਕੇ ਵਾਪਸ ਆ ਜਾਵਾਂਗੇ। ਕਈ ਲੋਕ ਪ੍ਰੈਫਰ ਕਰਦੇ ਆ ਸਾਡਾ 12-14 ਘੰਟੇ ਦਾ ਲੇਓਵਰ ਹੈ, ਅਸੀਂ ਟ੍ਰਾਂਸਿਟ ਵੀਜ਼ਾ ਅਪਲਾਈ ਕਰਕੇ ਬਾਹਰ ਨਿਕਲ ਕੇ ਚਲੇ ਜਾਵਾਂਗੇ, ਠੀਕ ਹੈ। ਡਿਪੈਂਡਿੰਗ, ਅਗਰ ਤੁਹਾਡੇ ਕੋਲ ਇੰਡੀਅਨ ਪਾਸਪੋਰਟ ਹੋਲਡਰ ਹੈ ਔਰ ਉਸ ਕੰਟਰੀ ਤੁਹਾਨੂੰ ਅਲਾਉ ਕਰਦੀ ਹੈ ਇੰਡੀਅਨ ਪਾਸਪੋਰਟ ਹੋਲਡਰ ਨੂੰ ਟ੍ਰਾਂਸਿਟ ਵੀਜ਼ਾ ਲੈ ਸਕਦੇ ਹੋ ਜਾਂ ਬਾਹਰ ਨਿਕਲ ਸਕਦੇ ਹੋ ਫॉर ਅ ਡੇ ਫॉर ਫਿਊ ਆਵਰਸ, ਤਾਂ ਤੁਸੀਂ ਕਰ ਲਓ। ਅਗਰ ਨਹੀਂ ਅਲਾਉ ਕਰਦੇ, ਦੇ ਵਾਂਟ ਯੂ ਟੂ ਬੁੱਕ ਆਪਣਾ ਵੀਜ਼ਾ ਲੈਣਾ, ਤਾਂ ਤੁਸੀਂ ਵੀਜ਼ਾ ਅਪਲਾਈ ਕਰਕੇ ਵੀਜ਼ਾ ਲੈ ਲਓ, ਬਟ ਵਿਦਾਊਟ ਵੀਜ਼ਾ ਯੂ ਕੈਨੋਟ। ਤੇ ਜੇ ਮੇਰਾ ਕਿਸੇ ਵੀ ਕੰਟਰੀ 'ਚ ਲੈਟਸ ਸੇ ਹਾਲਟ ਹੈ, ਅੰਟਿਲ ਐਂਡ ਅਨਲੈਸ ਮੇਰੇ ਕੋਲ ਟ੍ਰਾਂਜ਼ਿਟ ਵੀਜ਼ਾ ਨਹੀਂ ਹੈ, ਮੈਂ ਬਾਹਰ ਨਹੀਂ ਜਾ ਸਕਦੇ। ਅਗਰ ਉਸ ਪਾਸਪੋਰਟ 'ਤੇ ਜਿੱਦਾਂ ਫੋਰ ਐਗਜ਼ਾਮਪਲ ਕੈਨੇਡੀਅਨ ਪਾਸਪੋਰਟ ਹੈ ਔਰ ਉਹ ਕੰਟਰੀ ਅਲਾਉ ਕਰਦੀ ਹੈ ਕੈਨੇਡੀਅਨ ਪਾਸਪੋਰਟ ਹੋਲਡਰ ਨੂੰ, ਫਿਰ ਜਾ ਸਕਦੇ ਹੋ। ਇੰਡੀਅਨ ਪਾਸਪੋਰਟ, ਬਟ ਅਸੀਂ ਰਿਕਮੈਂਡ ਹੀ ਨਹੀਂ ਕਰਦੇ, ਕਿਉਂਕਿ ਕੈਨੇਡਾ ਤੋਂ ਇੰਡੀਆ ਇੰਨੀ ਵੱਡੀ ਜਰਨੀ ਹੁੰਦੀ ਹੈ, 14 ਘੰਟੇ 18 ਘੰਟੇ 20 ਘੰਟੇ 25 ਘੰਟੇ, ਕਈ ਵਾਰ 30 ਘੰਟੇ ਲੱਗਦੇ ਆ ਟੂ ਰੀਚ ਯੂਰ ਹੋਮ ਸਿਟੀ, ਰਾਈਟ। ਹੁਣ ਜਿੰਨੇ ਪੰਜਾਬ ਜਾਣਾ ਉਹਨੂੰ ਟਾਈਮ ਜ਼ਿਆਦਾ ਲੱਗਦਾ ਐਜ਼ ਕੰਪੇਅਰ ਟੂ ਜਿਹਨੇ ਦਿੱਲੀ ਜਾਣਾ, ਜਿਹਨੇ ਸਾਊਥ ਇੰਡੀਆ ਜਾਣਾ ਉਹਨੂੰ ਵੀ ਜ਼ਿਆਦਾ ਟਾਈਮ ਲੱਗਦਾ ਇਫ ਦ ਫਲਾਈਟ ਇਜ਼ ਵਾਇਆ ਦਿੱਲੀ। ਜਿਹਨੇ ਗੁਜਰਾਤ ਜਾਣਾ ਉਹਦੀ ਫਲਾਈਟ ਅਗਰ ਵਾਇਆ ਦਿੱਲੀ ਜਾਂ ਬੰਬੇ ਹੈ ਉਹਨੂੰ ਵੀ ਜ਼ਿਆਦਾ ਟਾਈਮ ਲੱਗਦਾ। ਇੰਨੀ ਲੰਬੀ ਜਰਨੀ ਕਰਦੇ ਹੋ ਵਿਦ ਕਿਡਸ ਜਾਂ ਵਿਦਾਊਟ ਕਿਡਸ, ਤੁਸੀਂ ਲਾਈਕ ਇਟਸ ਨਾਟ ਐਡਵਾਈਜ਼ੇਬਲ। ਮਤਲਬ ਮੈਜੋਰਟੀ ਨਹੀਂ ਲੋਕ ਕਰਦੇ, ਸਟੇ ਲੈ ਕੇ ਨਹੀਂ ਜਾਂਦੇ ਵੀ ਆਪਣੇ ਘਰ ਜਾਈਏ ਚੁੱਪ ਚਾਪ, ਇਟਸ ਆਲਰੇਡੀ ਟੂ ਲੌਂਗ। ਹੁਣ ਆਪਾਂ ਕਿਡਸ ਦੀ ਗੱਲ ਛੇੜੀ ਹੈਗੀ ਹੈ, ਤੇ ਮੇਰੇ ਕੋਲ ਇੱਕ ਹੋਰ ਸਵਾਲ ਹੈ ਕਿਡਸ ਦੇ ਰਿਲੇਟਿਡ। ਜਿਵੇਂ ਕੋਈ ਫੈਮਿਲੀ ਹੁੰਦੇ ਜਿਹਨਾਂ ਨੂੰ ਐਕਸਟਰਾ ਲੱਗੇਜ ਚਾਹੀਦਾ ਹੁੰਦਾ ਬਿਕਾਜ਼ ਉਹਨਾਂ ਦਾ ਬੇਬੀ ਛੋਟਾ ਹੈ ਜਾਂ ਉਹਨਾਂ ਨੂੰ ਐਕਸਟਰਾ ਸਮਾਨ ਚਾਹੀਦਾ ਹੈ ਟਰੈਵਲ ਤੋਂ, ਤੇ ਸਾਡੇ ਕੋਈ ਐਕਸਟਰਾ ਪ੍ਰਾਈਸਿਸ ਹੁੰਦੇ ਹੈ, ਚਾਰਜਿਸ ਹੁੰਦੇ? ਓਕੇ, ਕੋਈ ਏਅਰਲਾਈਨ ਤੁਹਾਨੂੰ ਇੱਕ ਬੈਗ ਅਲਾਉ ਕਰਦੀ ਹੈ 23 ਕਿਲੋ ਦਾ, ਕੋਈ ਏਅਰਲਾਈਨ ਤੁਹਾਨੂੰ 2 ਬੈਗ ਅਲਾਉ ਕਰਦੀ ਹੈ 23 kg ਈਚ, ਔਰ ਵਿਦ 8 kg ਦਾ ਤੁਹਾਨੂੰ ਕੈਰੀ ਔਨ ਬੈਗ ਅਲਾਉ ਕਰਦੀ ਹੈ, ਪਲੱਸ ਤੁਹਾਡਾ ਪਰਸਨਲ ਈਦਰ ਪਰਸ ਜਾਂ ਲੈਪਟੋਪ ਬੈਗ, ਠੀਕ ਹੈ, ਉਹ ਅਲਾਉਡ ਹੁੰਦਾ ਹੈ।
ਅਗਰ ਇਸ ਤੋਂ ਇਲਾਵਾ ਤੁਹਾਨੂੰ ਐਡੀਸ਼ਨਲ ਬੈਗੇਜ ਕਰਨਾ ਹੈ ਤਾਂ ਵੀ ਰਿਕਮੈਂਡ ਤੁਸੀਂ 에ਅਰਪੋਰਟ 'ਤੇ ਜਦੋਂ ਜਾਂਦੇ ਹੋ ਤਾਂ ਤੁਸੀਂ ਔਨਲਾਈਨ ਚੈੱਕ ਇਨ ਕਰਨ ਤੋਂ ਪਹਿਲੇ ਉਸ ਟਾਈਮ ਪੈਸੇ ਦੇ ਦਿਓ ਔਨਲਾਈਨ ਚੈੱਕ ਇਨ ਦੇ ਟਾਈਮ, ਜਾਂ ਤੁਸੀਂ 에ਅਰਪੋਰਟ 'ਤੇ ਜਾ ਕੇ 3 ਘੰਟੇ ਪਹਿਲੇ ਉੱਥੇ ਸੈਕਿੰਡ ਬੈਗੇਜ ਦੇ ਦਿਓ, ਉਹਦੇ ਪੈਸੇ ਦੇ ਦਿਓ। ਜਿਹੜਾ ਕਿ ਪੈਕੇਜ ਆਪਾਂ ਫਲਾਈਟ 'ਚ ਲੈ ਕੇ ਜਾ ਯੈਸ ਸਕਦੇ ਹਾਂ। ਯੈਸ। ਤੇ ਜੇ ਪਸੰਦ ਦੀ ਸੀਟਾਂ ਬੁੱਕ ਕਰਨੀਆਂ ਹੋਈਆਂ ਫਿਰ ਸੀਟਾਂ ਬੁੱਕ ਕਰਨ ਲਈ ਸੇਮ ਔਨਲਾਈਨ ਚੈੱਕ ਇਨ ਕਰ ਲਓ, ਔਰ ਔਨਲਾਈਨ ਚੈੱਕ ਇਨ ਕਰਦੇ ਹੋ ਤਾਂ ਤੁਸੀਂ ਆਪਣੀ ਪਸੰਦ ਦੀ ਸੀਟ ਬੁੱਕ ਕਰ ਸਕਦੇ ਹੋ ਅਗਰ ਅਵੇਲੇਬਲ ਹੈ। ਜਿੰਨੇ ਪਹਿਲੇ ਲੈ ਲਈ। ਔਰ ਕੁਝ ਸੀਟਾਂ ਪੇਡ ਹੁੰਦੀ ਹੈ, ਜਿੱਦਾਂ ਪ੍ਰੈਸੀਡੈਂਟ ਸੀਟਸ ਪੇਡ ਹੁੰਦੀ ਹੈ, ਅੱਗੇ ਵਾਲੀ ਜਿਹੜੀ ਐਗਜ਼ਿਟ ਰੋ ਸੀਟਸ ਹੁੰਦੀ ਹੈ ਉਹ ਪੇਡ ਹੁੰਦੀ ਹੈ, ਉਹ ਬੁੱਕ ਕਰ ਲਓ ਪੇ ਕਰਕੇ। ਨਹੀਂ ਤਾਂ ਫਿਰ ਵੀ ਕਿਸੇ ਨੂੰ ਵਿੰਡੋ ਸੀਟ ਚਾਹੀਦੀ ਹੈ, ਕਿਸੇ ਨੂੰ ਆਇਲ ਸੀਟ ਚਾਹੀਦੀ ਹੈ, ਉਹ ਫਿਰ ਔਨਲਾਈਨ ਚੈੱਕ ਇਨ ਜਲਦੀ ਤੋਂ ਜਲਦੀ ਕਰ ਲਓ, 24 ਘੰਟੇ ਪਹਿਲੇ ਅਲਾਊਡ ਹੁੰਦਾ, ਉਹ ਔਨਲਾਈਨ ਚੈੱਕ ਇਨ ਕਰਕੇ ਆਪਣੀ ਸੀਟਸ ਹੋਲਡ ਕਰ ਲਓ। ਮੇਰੀ ਜਦੋਂ ਫਲਾਈਟ ਸੀਗੀ ਤੇ ਮੈਂ ਜ਼ਬਰਦਸਤੀ ਕਹਿ ਕੇ ਆਪਣੇ ਏਜੰਟ ਨੂੰ ਕਿਹਾ ਸੀ ਵੀ ਮੈਨੂੰ ਵਿੰਡੋ ਸੀਟ ਚਾਹੀਦੀ ਹੈ ਨਾ, ਤੇ ਉਹਨੇ ਐਕਸਟਰਾ ਚਾਰजेस ਵੀ ਲਿੱਤੇ ਸੀਗੇ ਉਸ ਚੀਜ਼ ਦੇ ਵੀ ਹਾਂ ਚਲੋ ਤੁਹਾਨੂੰ ਵਿੰਡੋ ਸੀਟ ਮਿਲਣੀ। ਉਹ ਗੱਲ ਲੱਗ ਗਏ ਜਦੋਂ ਮੈਂ ਉੱਥੇ ਫਲਾਈਟ 'ਚ ਬੈਠੀ ਤੇ ਜੇ ਮੇਰੀ ਵਿੰਡੋ ਸੀਟ ਸੀ ਪਰ ਉੱਥੇ ਵਿੰਡੋ ਨਹੀਂ ਸੀ, ਤੇ ਉਹ that was like the only seat that was like window but had no window। ਤੇ ਉਹ ਚਲੋ ਖੈਰ ਮਾੜੀ ਹੋ ਗਈ, ਬਟ ਇਨ ਐਨੀ ਕੇਸ ਜੇ ਆਪਾਂ ਬੁੱਕ ਕਰਨਾ ਕੁਛ ਵੀ ਵਿਦ 에ਅਰਲਾਈਨ ਫਰੋਮ ਦੇ ਵੈਬਸਾਈਟ online check in ਕਰ ਦੇਵੇ। and if we want our personal ਪਸੰਦ ਦੀ ਸੀਟ ਚਾਹੀਦੀ ਹੈ ਤਾਂ ਮਿਲ ਜਾਣੀ ਹੈ। ਹਾਂ ਯਾਰ ਮਿਲ ਜਾਣੀ ਹੈ, ਇਫ ਇਟ ਇਜ਼ ਪੇਡ ਉਹ ਤਾਂ ਪੇ ਕਰ ਲਓ। ਬਹੁਤ ਸਾਰੇ ਲੋਕ ਜਦੋਂ ਟਰੈਵਲ ਕਰਦੇ ਆ ਤੇ ਉਹਨਾਂ ਨੂੰ ਕਈ ਵਾਰ ਕੀ ਹੁੰਦਾ ਹੈ ਐਕਸਟਰਾ ਹੈਲਪ ਚਾਹੀਦੀ ਹੁੰਦੀ ਹੈ, ਐਕਸਟਰਾ ਏਡ ਚਾਹੀਦੀ ਹੁੰਦੀ ਹੈ। ਫੋਰ ਐਗਜ਼ਾਮਪਲ ਵੀਲ ਚੇਅਰਸ ਹੋ ਗਏ, ਜਾਂ ਫਿਰ ਈਵਨ ਲਾਈਕ ਅ ਲੋਟ ਆਫ ਪੀਪਲ ਹੈਵ ਪ੍ਰੈਫਰੈਂਸਿਸ ਕਿ ਸਾਨੂੰ ਵੈਜ ਖਾਣਾ ਹੀ ਚਾਹੀਦਾ, ਸਾਨੂੰ ਮੀਟ ਨਹੀਂ ਖਾਣਾ ਹੈਗਾ, ਤੇ ਸਾਡੀ ਪ੍ਰੈਫਰੈਂਸ ਹੈ। ਤੁਸੀਂ ਆਪਣੀ ਫਲਾਈਟ ਬੁਕਿੰਗਸ ਦੇ ਵਿੱਚ ਐਵੇਂ ਕੁਝ ਸਪੈਸ਼ਲ ਆਫਰਸ ਦਿੰਦੇ ਹੋ ਕਿ ਯੈਸ ਆਫਰਸ ਨਹੀਂ ਹੁੰਦੇ ਪ੍ਰਨੀਕਾ, ਇਟਸ ਸਪੈਸ਼ਲ ਰਿਕੁਐਸਟ ਫਰੋਮ ਦੀ ਕਲਾਇੰਟ ਕਿ ਕਿਸੇ ਨੂੰ ਵੀਲ ਚੇਅਰ ਐਡ ਕਰਾਉਣੀ ਹੈ, ਕਿਸੇ ਨੂੰ ਵੈਜ ਮੀਲ ਐਡ ਕਰਾਉਣੀ ਹੈ, ਠੀਕ ਹੈ, ਕਿਸੇ ਨੂੰ ਬੈਸੀਨੇਟ ਚਾਹੀਦੀ ਹੈ, ਛੋਟੇ ਬੱਚੇ ਨਾਲ ਹੈ, ਫਿਰ ਦਿਸ ਇਜ਼ ਰਿਕੁਐਸਟ ਤੁਸੀਂ ਪੇ ਕਰ ਰਹੇ ਹੋ ਫॉर ਦੀ ਫਲਾਈਟ, ਫॉर ਦੀ ਏਅਰ ਟਿਕਟ। ਅਸੀਂ ਤੁਹਾਡੀ ਰਿਕੁਐਸਟ ਜਦੋਂ ਤੁਸੀਂ ਰਿਕੁਐਸਟ ਕਰਤੀ, ਅਸੀਂ ਏਅਰਲਾਈਨ ਦੀ ਤੁਹਾਡੀ ਟਿਕਟ 'ਚ ਪਾਤੀ ਰਿਕੁਐਸਟ ਕਿ ਦਿਸ ਕਲਾਇੰਟ ਹੈਜ਼ ਰਿਕੁਐਸਟਡ ਫॉर ਵੈਜ ਮੀਲ, ਔਰ ਦਿਸ ਕਲਾਇੰਟ ਹੈਜ਼ ਰਿਕੁਐਸਟਡ ਫॉर ਵੀਲ ਚੇਅਰ, ਔਰ ਦਿਸ ਕਲਾਇੰਟ ਹੈਜ਼ ਰਿਕੁਐਸਟਡ ਫॉर ਬੈਸੀਨੇਟ। ਐਂਡ ਆਫ ਦ ਡੇ ਉਹ ਏਅਰਲਾਈਨ ਨੇ ਪ੍ਰੋਵਾਈਡ ਕਰਨੀ ਹੈ। ਮੈਂ ਕਈ ਵਾਰ ਹੁੰਦਾ ਵੀ ਮੰਥਸ ਇਨ 6 months ਇੱਕ ਕੋਈ ਕਾਲ ਆ ਜਾਣੀ ਹੈ ਕਿ ਅਸੀਂ ਵੈਜ ਮੀਲ ਰਿਕੁਐਸਟ ਕੀਤੀ ਸੀ, ਸਾਨੂੰ ਦਿੱਤੀ ਨਹੀਂ, ਬਟ ਉੱਥੇ ਲਿਖਿਆ ਹੋਇਆ ਹੈ ਵੈਜ ਮੀਲ ਰਿਕੁਐਸਟਡ, ਰਾਈਟ। ਅਸੀਂ ਤਾਂ ਰਿਕੁਐਸਟ ਕਰਤੀ, ਏਅਰਲਾਈਨ ਦਾ ਵੈਜ ਮੀਲ ਖਤਮ ਹੋ ਗਿਆ, ਏਅਰ ਹੋਸਟੈਸ ਨੇ ਨਹੀਂ ਦਿੱਤੀ, ਕੋਈ ਮਿਸਕੈਲਕੂਲੇਸ਼ਨ ਹੋ ਗਈ, ਫਿਰ ਉਹ 'ਚ ਸਾਡੀ ਫਾਲਟ ਨਹੀਂ ਹੈ, ਠੀਕ ਹੈ। ਅਸੀਂ ਤਾਂ ਰਿਕੁਐਸਟ ਕੀਤੀ ਹੋਈ ਹੈ, ਇਟਸ ਨਾਟ ਲਾਈਕ ਕੰਪਲਸਰੀ ਮਿਲਣੀ ਹੈ, ਉਹਦੇ ਰਿਕੁਐਸਟ ਹੈ। ਸੇਮ ਵੇ ਵੀਲ ਚੇਅਰ ਦੀ ਹੁੰਦੀ ਹੈ। ਹੁਣ ਅਗਰ ਮੈਜੋਰਟੀ ਮਿਲ ਜਾਂਦੀ ਹੈ 99.9% ਵੀਲ ਚੇਅਰ ਪਾਈ ਹੋਈ ਹੈ ਤਾਂ ਮਿਲ ਜਾਣੀ ਹੈ, ਲੇਕਿਨ ਕਈ ਵਾਰ ਇਹ ਹੁੰਦਾ ਵੀ ਅਗਰ ਫਲਾਈਟ ਦੇ ਅੰਦਰ 300 ਬੰਦੇ ਆ, 50 ਬੰਦਿਆਂ ਨੇ ਵੀਲ ਚੇਅਰ, ਬਜ਼ੁਰਗ ਜਾ ਰਹੇ ਆ, ਉਹਨਾਂ ਨੇ ਵੀਲ ਚੇਅਰ ਰਿਕੁਐਸਟ ਕਰਤੀ, ਏਅਰਪੋਰਟ ਸਟਾਫ ਹੀ ਨਹੀਂ ਇੰਨਾ 50 ਵੀਲ ਚੇਅਰ ਦੇਣ ਦਾ, ਦੈਨ ਫਿਰ ਸਾਡੀ ਪ੍ਰੋਬਲਮ ਨਹੀਂ, ਫਿਰ ਉਹ ਕਲਾਇੰਟ ਸਾਨੂੰ ਕਈ ਵਾਰ ਕਹਿੰਦਾ ਕਿ ਬਸ ਸਾਨੂੰ ਵੀਲ ਚੇਅਰ ਨਹੀਂ ਮਿਲੀ, ਰਾਈਟ। ਉਹ ਫਿਰ ਪ੍ਰੈਕਟੀਕਲੀ ਏਅਰਲਾਈਨ ਇਸ਼ੂ ਜਾਂ ਗਰਾਊਂਡ ਸਟਾਫ ਇਨਫ ਨਹੀਂ ਸੀਗਾ ਟੂ ਪ੍ਰੋਵਾਈਡ ਵੀਲ ਚੇਅਰ ਅਸਿਸਟੈਂਸ, ਠੀਕ ਹੈ। ਥਰਡ ਹੁੰਦਾ ਬੈਸੀਨੇਟ। ਹੁਣ ਬੈਸੀਨੇਟ ਏਅਰਲਾਈਨਸ ਫੋਰ ਐਗਜ਼ਾਮਪਲ 4 ਹੀ ਹੁੰਦੀ ਹੈ, ਕਈ ਵਾਰ 5 ਹੁੰਦੀ ਹੈ, 6 ਹੁੰਦੀ ਹੈ। ਸੋ ਬੱਚੇ 10 ਆ ਗਏ ਛੋਟੇ, 300 ਚੋਂ 300 ਲੋਕ ਅਲਾਊਡ ਹੁੰਦੇ ਆ, ਲੇਕਿਨ ਫਲਾਈਟ ਤੇਰਾ 300 ਪੀਪਲ ਔਰ 250 ਪੀਪਲ, ਉਹ 'ਚੋਂ 10 ਬੱਚੇ ਆ ਗਏ ਛੋਟੇ ਬੇਬੀ ਇਨਫੈਂਟਸ, ਉਹ ਬੈਸੀਨੇਟ ਹੀ ਅਗਰ 4 ਹੈ ਤਾਂ ਕਿੱਦਾਂ ਦੇਣਗੇ ਤੁਹਾਨੂੰ? ਅਸੀਂ ਰਿਕੁਐਸਟ ਕੀਤੀ ਹੋਈ ਹੈ। ਸੋ ਅਗਰ ਤੁਹਾਨੂੰ ਬੈਸੀਨੇਟ ਕਨਫਰਮ ਚਾਹੀਦੀ ਹੈ, ਤੁਸੀਂ ਅੱਗੇ ਵਾਲੀ ਜਿਹੜੀ ਬੈਸੀਨੇਟ ਦੀ ਰੋ ਹੁੰਦੀ ਹੈ ਉਹ ਵਾਲੀ ਸੀਟ ਪਰਚੇਜ਼ ਕਰ ਲਓ, which is additional charges। ਜਾਂ ਬੈਸੀਨੇਟ ਦੇ ਕੁਝ ਏਅਰਲਾਈਨਸ ਪੈਸੇ ਲੈਂਦੀ ਹੈ, ਜਿੱਦਾਂ ਏਅਰ ਇੰਡੀਆ ਨੇ $60-80 ਲੈਣੇ ਆ, ਉਹਨਾਂ ਨੂੰ ਪੇ ਕਰਕੇ ਪੈਸੇਂਟ ਵਾਲੀ ਸੀਟ ਤੁਸੀਂ ਤੁਹਾਡੀ ਬੁੱਕ ਹੋ ਗਈ, ਫਿਰ ਉਹ ਬੁੱਕ ਹੋ ਗਈ, ਉਹ ਹੋ ਗਈ। ਨਹੀਂ ਤੇ ਰਿਕੁਐਸਟ ਹੈ, ਤੁਸੀਂ ਚਲੇ ਜਾਓ ਏਅਰਪੋਰਟ, ਮਿਲ ਗਈ ਤੇ ਮਿਲ ਗਈ, ਜਿਹੜਾ ਫਸਟ ਕਮ ਆ ਗਿਆ ਉਹਨੂੰ ਦੇ ਦੇਣੀ ਹੈ, ਜਿਹੜਾ ਛੋਟੇ ਬੱਚੇ ਵਾਲਾ ਪਹਿਲੇ ਆ ਗਿਆ ਉਹਨੂੰ ਦੇ ਦੇਣੀ ਹੈ, ਰਾਈਟ। ਸੋ ਇਟਸ ਅ ਰਿਕੁਐਸਟ, ਇਟਸ ਨਾਟ ਜਿਹੜੀ ਪੱਕੀ ਮਿਲਣੀ ਹੈ। ਫਿਰ ਸਮਝਾਉਣਾ ਪੈਂਦਾ ਕਲਾਇੰਟ ਨੂੰ ਕਿ ਦਿਸ ਇਜ਼ ਦ ਵੇ ਇਟ ਵਰਕਸ, you have not paid for this is a request which is additional service, and it us time depend karta hai situation, if it is available they will provide, if it is not then they will not provide you, and it's difficult like with kids traveling so long, it's difficult, lekin same time you have to be practical। agar 10-15 ਬੱਚੇ ਇੱਕੋ ਹੀ ਫਲਾਈਟ ਹੈ, ਸਭ ਨੂੰ ਦੇ ਹੀ ਨਹੀਂ ਸਕਦੇ ਹੋ, ਠੀਕ ਹੈ, ਅਗਰ 4 ਬੈਸੀਨੇਟ available ਆ, unless if you are so in need of it you can purchase it, yes। ਤੇ ਹੁਣ ਮੈਨੂੰ ਲੱਗਦਾ ਤੁਸੀਂ ਕਾਫੀ ਇਨਫੋਰਮੇਸ਼ਨ ਸਾਨੂੰ ਪ੍ਰੋਵਾਈਡ ਕਰਤੀ ਹੈ, ਬਹੁਤ ਸਾਰੇ ਸਾਡੇ ਸਾਰਿਆਂ ਦੇ ਡਾਊਟਸ ਕਲੀਅਰ ਹੋ ਗਏ ਹੋਣੇ ਆ, ਛੋਟੇ ਵੱਡੇ ਮੇਜਰ ਮਾਈਨਰ ਸਾਰੇ ਤਰ੍ਹਾਂ ਦੇ ਕੁਐਸਚਨਸ ਤੁਸੀਂ ਮੋਸਟਲੀ ਆਨਸਰ ਕਰਤੇ। ਜੇ ਫਿਰ ਵੀ ਤੁਹਾਨੂੰ ਕੋਈ ਵੀ ਹੋਰ ਤਰ੍ਹਾਂ ਦਾ ਸਵਾਲ ਹੈ, ਕੁਝ ਵੀ ਕੁਐਸਚਨ ਹੈ, ਕੋਈ ਵੀ ਡਾਊਟ ਹੈ, ਤੁਸੀਂ ਇਹਨਾਂ ਨੂੰ ਰੀਚ ਆਊਟ ਕਰ ਸਕਦੇ ਹੋ। ਤੁਸੀਂ ਦੱਸਣਾ ਚਾहेंगे ਵੀ ਸਾਨੂੰ ਕਿੱਥੇ ਰੀਚ ਆਊਟ ਕਰ ਸਕਦੇ ਹੋ? ਅਗਰ ਤੁਸੀਂ ਆਪਣੀ ਇੰਡੀਆ ਦੀ ਟਿਕਟਾਂ ਬੁੱਕ ਕਰਾਉਣੀਆਂ ਤੁਸੀਂ ਸਾਨੂੰ ਕਾਲ ਕਰ ਸਕਦੇ, ਜਾਂ ਕਿ ਜਿੱਥੇ ਵੀ ਟਿਕਟ ਬੁੱਕ ਕਰਾਉਣੀ ਹੈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 9052760606 'ਤੇ। ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@toureto.com 'ਤੇ। ਔਰ ਇੰਡੀਆ ਦੇ, ਪਾਕਿਸਤਾਨ ਦੇ, ਬੰਗਲਾਦੇਸ਼ ਦੇ, ਜਿੱਥੇ ਮਰਜ਼ੀ ਤੁਹਾਨੂੰ ਜਾਣਾ ਹੈ, ਯੂਰਪ ਦੇ ਸਪੈਸ਼ਲ ਫੇਅਰਸ ਚਾਹੀਦੇ ਆ, ਤੁਸੀਂ ਸਾਨੂੰ ਕੰਟੈਕਟ ਕਰਕੇ ਲੈ ਸਕਦੇ ਹੋ। WhatsApp 'ਤੇ ਵੀ ਨੰਬਰ ਸੇਵ ਕਰਕੇ ਉੱਥੇ ਵੀ ਮੈਸੇਜ ਕਰ ਸਕਦੇ ਹੋ, ਵੀ ਵਿਲ ਹੈਲਪ ਯੂ। ਅਤੇ ਤੁਸੀਂ ਇਹਨਾਂ ਦੀ ਸੋਸ਼ਲ ਮੀਡੀਆਜ਼ ਨੂੰ
ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ, ਕਮੈਂਟ ਕਰਨਾ, ਲਾਈਕ ਕਰਨਾ ਨਾ ਭੁੱਲਿਓ, ਬਿਕਾਜ਼ ਦੇ ਪ੍ਰੋਵਾਈਡ ਯੂ ਵਿਦ ਅ ਲੋਟ ਆਫ ਰੀਲੀ ਇੰਪੋਰਟੈਂਟ ਇਨਫੋਰਮੇਸ਼ਨ ਜੋ ਕਿ ਤੁਹਾਨੂੰ ਅੱਜ ਕੱਲ੍ਹ ਫਿਊਚਰ ਕਦੇ ਵੀ ਹੈਲਪ ਕਰ ਸਕਦੀ ਹੈ। ਅਸੀਂ ਆਪਣੇ ਟਿਕਟੋਕ ਚੈਨਲ 'ਤੇ, ਅਸੀਂ ਇੰਸਟਾਗ੍ਰਾਮ 'ਤੇ, ਫੇਸਬੁੱਕ 'ਤੇ ਐਵਰੀ ਸਿੰਗਲ ਡੇ ਰੋਜ਼ ਸਵੇਰੇ ਡੀਲਸ ਪਾਉਂਦੇ ਹਾਂ ਵੀ ਟੋਰਾਂਟੋ ਡੇਲੀ, ਟੋਰਾਂਟੋ ਮੁੰਬਈ, ਵੈਂਕੂਵਰ ਡੇਲੀ, ਜਿੱਥੇ ਦੀ ਅਵੇਲੇਬਲ ਸਾਨੂੰ ਮਿਲਦੀ ਅਸੀਂ ਉਸੇ ਟਾਈਮ ਪਾ ਦਿੰਦੇ ਹਾਂ ਐਵਰੀ ਮੋਰਨਿੰਗ। ਸੋ ਅਗਰ ਇਫ ਯੂ ਵਾਂਟ ਟੂ ਫੋਲੋ ਆਵਰ ਟਿਕਟੋਕ, ਇੰਸਟਾਗ੍ਰਾਮ, ਫੇਸਬੁੱਕ, YouTube, you will find amazing deals every day. Great. It was great having a conversation with you, and Thank you, Pranika. Thank you.